ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਤਿਗੁਰੂ ਜੀ ਦੇ ਲਖਤੇ ਜ਼ਿਕਰ ਤੇ ਮਾਤਾ ਸੁੰਦਰੀ ਕੌਰ ਜੀ ਦੇ ਲਾਲ, ਵੱਡੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਅਜੀਤ ਸਿੰਘ ਜੀ। ਜੋ ਜੀਤਿਆ ਨਹੀਂ ਜਾਏ, ਲਾਜ ਬੰਸ ਕੀ ਰੱਖ ਦਿਖਲਾਏ। ਐਸੇ ਸੂਰਬੀਰ ਯੋਧੇ ਮਹਾਬਲੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਜਿਨ੍ਹਾਂ ਦੇ ਜਨਮ ਦਿਨ ਦੀ ਆਪ ਜੀ ਸਾਰਿਆਂ ਨੂੰ ਕੋਟਾਨ ਕੋਟ ਵਧਾਈ ਹੋਵੇ। ਤੇ ਨਾਲ ਹੀ ਸਾਧ ਸੰਗਤ ਜੀਓ, ਵਿਦਿਆ ਮਾਰਤੰਡ ਤਤ ਬੇਤੇ ਪੂਰਨ ਬ੍ਰਹਮ ਗਿਆਨੀ ਸ੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਿਨ੍ਹਾਂ ਦੇ ਜਨਮ ਦਿਨ ਦੀ ਵੀ ਆਪ ਜੀਆਂ ਨੂੰ ਕੋਟਾਨ ਕੋਟ ਵਧਾਈ ਹੋਵੇ। ਸੋ ਮਹਾਂਪੁਰਖਾਂ ਦੇ ਵੱਡੇ ਵਡੇਰਿਆਂ ਨੂੰ ਸਤਿਗੁਰੂ ਜੀ ਨੇ ਵਰਦਾਨ ਦਿੱਤਾ ਸੀਗਾ। ਜਦੋਂ ਸਤਿਗੁਰੂ ਜੀ ਕਲਗੀਆਂ ਵਾਲੇ ਪਾਤਸ਼ਾਹ ਚਮਕੌਰ ਦੀ ਜੰਗ ਉਪਰੰਤ ਵੱਖੋ ਵੱਖਰੇ ਪਿੰਡਾਂ 'ਚੋਂ ਲੰਘਦੇ ਹੋਏ ਪਿੰਡ ਅਖਾੜਾ ਪਹੁੰਚੇ ਸਨ, ਤੇ ਉੱਥੇ ਮਹਾਂਪੁਰਖਾਂ ਦੇ ਜੋ ਵਡੇਰੇ ਹੋਏ ਹਨ, ਬਾਬਾ ਅਮਰ ਸਿੰਘ ਜੀ ਤੇ ਬੀਬੀ ਸੇਵਕ ਕੌਰ ਜੀ, ਜਿਨ੍ਹਾਂ ਨੇ ਸੇਵ ਕਮਾਈ ਸੇਵਾ ਕੀਤੀ, ਸਤਿਗੁਰੂ ਜੀ ਦੀ 2 ਦਿਨ ਲਗਾਤਾਰ ਭੋਜਨ ਛਕਾਇਆ, ਦੁੱਧ ਛਕਾਇਆ, ਤੇ ਸਤਿਗੁਰੂ ਜੀ ਨੇ ਵਰਦਾਨ ਦਿੱਤਾ ਸੀਗਾ ਤੇ ਤੁਹਾਡੇ ਘਰ ਵਿਖੇ ਜੋ ਤੁਹਾਡੀਆਂ ਪੀੜ੍ਹੀਆਂ ਆਉਣ ਵਾਲੀਆਂ ਹਨ, ਉਹਨਾਂ ਵਿੱਚ ਇੱਕ ਐਸੀ ਰੂਹ ਆਵੇਗੀ ਜੋ ਇਸ ਸੰਸਾਰ ਉੱਤੇ ਬ੍ਰਹਮ ਵਿਦਿਆ ਜਿਹੜੀ ਹੈ ਉਹ ਵੰਡੇਗੀ, ਬ੍ਰਹਮ ਗਿਆਨ ਵੰਡੇਗੀ, ਕਈਆਂ ਦਾ ਜੋ ਹੈ ਕਥਾ ਰਾਹੀਂ ਉਧਾਰ ਕਰੇਗੀ, ਗਿਆਨ ਬਖਸ਼ੇਗੀ। ਸੋ ਉਹ ਰੂਹ ਸਾਧ ਸੰਗਤ ਜੀ ਜੋ ਕਲਗੀਆਂ ਵਾਲਿਆਂ ਵੱਲੋਂ ਵਰਸਾਈ ਹੋਈ ਦਮਦਮੀ ਟਕਸਾਲ, ਉਹਦੇ ਵਿੱਚ 12ਵੇਂ ਮੁਖੀ ਦੇ ਤੌਰ ਤੇ ਸ੍ਰੀਮਾਨ ਸੰਤ ਬਾਬਾ ਗੁਰਪ੍ਰਜਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਸੋ ਉਹ ਰੂਹ ਸੀਗੀ ਜਿਹਦਾ ਵਰਦਾਨ ਜੋ ਹੈ ਸਤਿਗੁਰੂ ਜੀ ਨੇ ਉਹਨਾਂ ਦੇ ਵਡਿਆਰਿਆਂ ਨੂੰ ਦਿੱਤਾ ਸੀਗਾ। ਸੋ ਆਏ ਹਨ ਸਾਧ ਸੰਗਤ ਜੀਓ। ਸੋ ਜੋ ਉਹਨਾਂ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਜੋ ਕਥਾ ਕੀਤੀ, ਹੋਰ ਵੀ ਇਤਿਹਾਸ ਦੀ ਬਹੁਤ ਕਥਾ ਸਾਧ ਸੰਗਤ ਜੀ ਜੋ ਮਹਾਂਪੁਰਖਾਂ ਨੇ ਕੀਤੀ ਹੈ। ਸੋ ਲੱਖਾਂ ਰੂਹਾਂ ਜਿਹੜੀਆਂ ਲਾਹਾ ਲੈ ਰਹੀਆਂ ਹਨ ਅੱਜ ਵੀ। ਸੋ ਉਹਨਾਂ ਦਾ ਵੀ ਜੋ ਹੈ ਜੋ ਜਨਮ ਦਿਨ ਹੈ, ਸੋ ਸਾਰਿਆਂ ਜਾਣਿਆਂ ਨੂੰ ਜੋ ਕੋਟਾਨ ਕੋਟ ਵਧਾਈ ਹੋਵੇ। ਸੋ ਇਹ ਸਾਰਾ ਹੀ ਪ੍ਰੋਗਰਾਮ ਸਾਧ ਸੰਗਤ ਜੀ ਆਪ ਜੀ ਦੇ ਸਹਿਯੋਗ ਨਾਲ ਜੋ ਹੈ ਕੀਤਾ ਜਾ ਰਿਹਾ ਹੈ। ਸੋ ਆਪ ਜੀ ਬੜੇ ਪ੍ਰੇਮ ਸਤਿਕਾਰ ਦੇ ਨਾਲ ਕਥਾ ਸਰਵਣ ਕਰੋ ਜੀ, ਕੀਰਤਨ ਸਰਵਣ ਕਰਦਿਆਂ ਹੋਇਆਂ ਸੋ ਲਾਹੇ ਪ੍ਰਾਪਤ ਕਰੋ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਨ, ਕਿਰਪਾ ਕਰਨ। ਜੋ ਪੂਰ ਨੇ ਉਹਨਾਂ ਮਹਾਂਵੀਰ ਯੋਧਿਆਂ ਨੇ ਪਾਏ ਹਨ, ਉਹਨਾਂ ਤੇ ਚੱਲਣ ਦਾ ਸਤਿਗੁਰੂ ਜੀ ਸਾਨੂੰ ਬਲ ਬਖਸ਼ਣ। ਤੇ ਨਾਲ ਹੀ ਸਾਧ ਸੰਗਤ ਜੀ ਉਹ ਵਿਸ਼ੇਸ਼ ਇਹ ਕੀਰਤਨ ਦੋ ਦਰਬਾਰ ਹੈ, ਸੋ ਗੁਰੂ ਸਾਹਿਬ ਜੀ ਵੱਲੋਂ ਚਲਾਈ ਹੋਈ ਪਰੰਪਰਾ, ਜਿੱਥੇ ਸਤਿਗੁਰੂ ਜੀ ਨੇ ਰਾਗਾਂ ਦੇ ਵਿੱਚ ਬਾਣੀ ਦਰਜ ਕੀਤੀ ਹੈ, ਕਿਹੜੇ ਰਾਗ 'ਚ ਬਾਣੀ ਗਾਉਣੀ ਹੈ, ਕਿਹੜੀ ਤਾਲ 'ਚ ਗਾਉਣੀ ਹੈ। ਸਾਧ ਸੰਗਤ ਜੀ ਸਤਿਗੁਰੂ ਜੀ ਆਪ ਰਾਗਾਂ 'ਚ ਕੀਰਤਨ ਕਰਿਆ ਕਰਦੇ ਤੇ ਸੰਗਤਾਂ ਨੂੰ ਵੀ ਪ੍ਰੇਰਿਆ। ਸਾਧ ਸੰਗਤ ਜੀ ਬੜੀ ਮਿਹਨਤ ਕਰਨੀ ਪੈਂਦੀ ਹੈ, ਮਗਰ ਇਹ ਸਾਡੇ ਘਰ ਦੀ ਗੁਰੂ ਘਰ ਦੀ ਪਰੰਪਰਾ ਹੈ ਕਿ ਕੀਰਤਨ ਜਿਹੜਾ ਹੈ ਰਾਗਾਂ ਦੇ ਵਿੱਚ ਜਿਹੜੇ ਸਤਿਗੁਰੂ ਨੇ ਸਾਨੂੰ ਬਖਸ਼ੇ ਹਨ, ਸੋ ਉਹਦੇ ਵਿੱਚ ਕਰਨਾ ਤੇ ਸੰਗਤਾਂ ਨੂੰ ਸੁਣਾਉਣਾ। ਸੋ ਆਓ ਬੜੇ ਪ੍ਰੇਮ ਸਤਿਕਾਰ ਦੇ ਨਾਲ ਕਥਾ ਤੇ ਕੀਰਤਨ ਦੇ ਦੀਵਾਨ ਵਿੱਚ ਜੁੜਦੇ ਹਾਂ। ਸਾਧ ਸੰਗਤ ਜੀਓ ਆਪ ਜੀ ਜੁੜ ਕੇ ਲਾਹੇ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਵਾਹੇ
धनसरी महला पंजवा कर अठवा धुप दे एक ओंकार सतगुरु प्रसाद प्रसाद तन तन गुरु अर्जन देव जी गुरु का बचन बसे जीना ले गुरु का बचन बसे जीना ले जल नहीं डूबे तस कर नहीं ले जल नहीं डूबे तस कर नहीं ले पाहे ना सके जाले पाहे ना सके जाले पाहे न सके जाले पाहे न सके जाले गुरु का बचन बसे जीना रे गुरु का बचन बसे जीना रे सिमरो सिमर सिमर सुख पावो सिमरो सिमर सिमर सुख पाओ सिमरो सिमर सिमर सुख पाओ सिमरो सिमर सिमर सुख पाओ सिमरो सिमर 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 सुख सिमरो सिमर सिमर सुख पावो सास सास समाले सास सास समाले एह लोक परलोक संग
सहाई। हे लोक परलोक संग सहाय, जत कत मोहे रखवाले। जत कत मोहे रखवाले, जत कत मोहे रखवाले, जत कत मोहे रखवाले। गुर का बचन बसै जीना रे, गुर का बचन बसै जीना ले। जल नहीं डूबे तस कर नहीं ले, पाहे ना सके जाले, पाहे ना सके जाले, पाहे न सके जाले। गुर का बचन बसै जीना ले, गुर का बचन बसै जीना ले। तन को तन अंधले कोटिक, मेरे तन को तन अंधले कोटिक। मात दूत जैसे बाले, मात जैसे बाले। सागर में बोहित पायो हर नानक, सागर में बोहित पायो हर नानक। घर घर सगर नि सदनि दा नि सा नि दा मा पा मा गा मा गा नि सा नि सा गा मा पा नि सा गा मा पा नि सा गा मा पा। सागर में बोहित पायो हर नानक, मा पा धनी धनी सा नि दा पा मा गा मा गा रे सा नि सा गा मा पा। सागर में बोहित पायो हर नानक, सागर में, सागर में बहुत पायो हर नानक। करी कृपाल कृपाल, सागर में बोहित पायो हर नानक। सागर में बोहित पायो हर नानक। करी कृपाल कृपाले, करी कृपा कृपाले, करी कृपा कृपाले, करी कृपा कृपाले।
बचन बसै जीना ले, जल नहीं डूबे तस कर नहीं ले। जल नहीं डूबे तस कर नहीं ले, पाहे ना सके जाने, पाहे ना सके जाने, पाहे ना सके जाने, पाहे ना सके जाने, गुर का बचन बसै जीना ले, गुर का बचन बसै जीना ले, गुर का बचन बसै जीना ले, गुर का बचन, गुर का बचन, गुर का बचन बसै जीना ले। वाहे गुरु वाहे गुरु वाहे गुरु। प्रेम लगो हर तीर मेरे मन प्रेम लगो। प्रेम लगो हर तीर मेरे मन प्रेम लगो। हमरी बेद हर प्रभ जाने, हमरी बेदन हर प्रभ जाने, मेरे मन अंतर की पीर मेरे मन प्रेम लगो। प्रेम लगो हर तीर मेरे मन प्रेम लगो। प्रेम लगो हर तीर मेरे मन प्रेम लगो। हर दर्शन को मेरा मन बहुत तपता है, हर दर्शन को मेरा मन बहुत तपता है। झूठे खामत बिन नीर, झूठे खामत बिन नीर, मेरे मन प्रेम
मेरे हर प्रीतम की कोई बात सुनावे, मेरे हर प्रीतम की कोई बात सुनावे। सो पाई सो मेरा वीर, सो पाई सो मेरा वीर, मेरे मन प्रेम लगो, प्रेम लगो हर तीर, मेरे मन प्रेम मिल मिल सखी गुण कहो मेरे प्रभु के, मिल मिल सखी कहो मेरे प्रभु के, है सतगुरु की मत तीर, है सतगुरु की मत तीर, है सतगुरु की मत तीर, मेरे मन प्रेम लगो, प्रेम लगो हर तीर, मेरे मन प्रेम लगो, प्रेम लगो हर तीर, मेरे मन प्रेम लगो। जन नानक की हर आस पुजाओ, नानक की हर आस पुजाओ, जन नानक की आस पुजाओ। हर जन नानक की हर आस पुजाओ, हर आस पुजाओ। जन नानक की हर आस पुजाओ, जन नानक की हर आस पुजाओ। हर दर्शन सात शरीर, दर्शन सात शरीर, मेरे मन प्रेम लगो, प्रेम लगो हर तीर,
भेदन हर तब जान मेरे मन की पीर मेरे मन प्रेम हर पीर मन प्रेम हर तीर मेरे मन प्रेम मेरे मन प्रेम लगो ਨੰਦਾਉਤ ਬੰਦਨੇ ਅਨਕੁਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਮੂਕੀ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖਾਏ ਬਦਰੂ ਸੁਨੈ ਜੋ ਕਾਲ ਕਿਰਪਾ ਕਰਾਏ ਅੰਧ ਲਖਾਏ ਬਦਰੂ ਸੁਨੈ ਜੋ ਕਾਲ ਕਿਰਪਾ ਕਰਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਫਰਜ਼ੰਦ ਵੱਡੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਦੇ ਜਨਮ ਅਵਤਾਰ ਦੀ ਜੋ ਪਾਵਨ ਪਵਿੱਤਰ ਕਥਾ ਹੈ, ਉਹ ਸਾਧ ਸੰਗਤ ਜੀ ਸ਼੍ਰਵਣ ਕਰਨ ਵਾਸਤੇ ਇਕੱਤਰ ਹੋਏ ਹਾਂ। ਜਿਵੇਂ ਆਪ ਜੀ ਨੇ ਅਵਤਾਰ ਧਾਰਿਆ, ਕਿਵੇਂ ਸਤਿਗੁਰੂ ਮਹਾਰਾਜ ਜੀ ਨੇ ਆਪ ਜੀ ਦਾ ਨਾਮ ਰੱਖਿਆ, ਸੋ ਇਸੇ ਤਰ੍ਹਾਂ ਵਿਦਵਾਨਾਂ ਨੇ ਅਵਤਾਰਾਂ ਦੀ ਗਿਣਤੀ ਕਈ ਸਾਧ ਸੰਗਤ ਜੀ ਕਈ ਤਰ੍ਹਾਂ ਮੰਨੀ ਹੈ। ਮੰਨਦੇ ਨੇ ਅੰਸ ਅਵੇਸ਼ਾ ਕਲਾ ਯੁੱਤ ਨਿਤ ਨਮਿਤ ਵਖਾਨ ਪੂਰਨ ਅਨੰਤ ਕਲਾ ਹੋਏ ਚੜੇ ਠਾਕੁਰ ਭਗਵਾਨ। ਬੇਅੰਤਰਾਂ ਦੇ ਅਵਤਾਰ ਬੰਨੇ ਹਨ। ਇੱਕ ਤਾਂ ਸਾਧ ਸੰਗਤ ਜੀ ਅੰਸਾ ਅਵਤਾਰ ਰੱਖਦੇ ਹਨ। ਅੰਸਾ ਅਵਤਾਰ ਉਹਨੂੰ ਕਹਿੰਦੇ ਨੇ ਜਿਹੜੇ ਪਰਮੇਸ਼ਰ ਦੀ ਅੰਸ਼ ਵਿੱਚੋਂ ਹੋਣ, ਰਾਜੇ ਆਦਿਕ ਧਰਮੀ ਰਾਜੇ ਜਿਹੜੇ ਨਿਆਂ ਕਰਨ, ਉਹਨਾਂ ਨੂੰ ਅੰਸਾ ਅਵਤਾਰ ਕਿਹਾ ਜਾਂਦਾ। ਅਵੇਸ਼ਾ ਅਵਤਾਰ ਉਹ ਹੁੰਦੇ ਨੇ ਜਿਨ੍ਹਾਂ ਵਿੱਚ ਬਾਅਦ ਵਿੱਚ ਸ਼ਕਤੀ ਪ੍ਰਵੇਸ਼ ਕਰੇ, ਜਿਵੇਂ ਪਰਸਰਾਮ, ਇਹਨੂੰ ਸਾਧ ਸੰਗਤ ਜੀ ਅਵੇਸ਼ਾ ਅਵਤਾਰ ਵਿੱਚ ਗਿਣਦੇ ਨੇ। ਕਲਾ ਅਵਤਾਰ ਉਹ ਹੁੰਦੇ ਨੇ ਜਿਨ੍ਹਾਂ ਵਿੱਚ ਥੋੜ੍ਹੀਆਂ ਕਲਾ ਹੋਣ, ਥੋੜ੍ਹੀਆਂ ਸ਼ਕਤੀਆਂ, ਮੱਚ ਕੱਚ, ਜਿਵੇਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ 24 ਅਵਤਾਰਾਂ ਦੀ ਕਥਾ ਵਿੱਚ ਲਿਖਦੇ ਹਨ। ਜੋ ਮੱਚ ਤੇ ਕੱਚ ਅਵਤਾਰ ਹਨ, ਇਹਨਾਂ ਨੂੰ ਕਲਾ ਅਵਤਾਰਾਂ ਵਿੱਚ ਗਿਣਿਆ ਜਾਂਦਾ। ਇਸੇ ਤਰ੍ਹਾਂ ਨਿੱਤ ਅਵਤਾਰ, ਸਾਧੂ ਮਹਾਤਮਾ ਨੂੰ ਨਿੱਤ ਅਵਤਾਰ ਕਿਹਾ ਜਾਂਦਾ। ਜਨਮ ਮਰਨ ਦੁਹ ਮੈਂ ਨਾਹੀ ਨਿਤ ਪਰ ਵਿਪਕਾਰੀ। ਪਰਉਪਕਾਰ ਕਰਨ ਵਾਸਤੇ, ਪਰਮੇਸ਼ਰ ਦੀ ਚਲਾਈ ਹੋਈ ਮਰਜ਼ਾਦਾ ਨੂੰ ਅੱਗੇ ਤੋਰਨ ਵਾਸਤੇ, ਜੀਵਾਂ ਨੂੰ ਪਰਮੇਸ਼ਰ ਦੀ ਭਗਤੀ ਵਿੱਚ ਲਾਉਣ ਵਾਸਤੇ ਜੋ ਆਉਣ, ਉਹਨਾਂ ਨੂੰ ਨਿੱਤ ਅਵਤਾਰ ਕਿਹਾ ਜਾਂਦਾ। ਫਿਰ ਇਸੇ ਤਰ੍ਹਾਂ ਨਮਿਤ ਅਵਤਾਰ, ਜਿਹੜੇ ਕਿਸੇ ਕਾਰਨ ਵਾਸਤੇ ਸਾਧ ਸੰਗਤ ਜੀ ਆਉਣ। ਜਿਵੇਂ ਹਰਨਾਕਸ਼ ਨੂੰ ਮਾਰਨ ਵਾਸਤੇ, ਪ੍ਰਹਿਲਾਦ ਦੀ ਰੱਖਿਆ ਕਰਨ ਵਾਸਤੇ ਨਰਸਿੰਘ ਅਵਤਾਰ ਧਾਰਿਆ ਸੀ, ਉਹਨਾਂ ਨੂੰ ਨਿਮਿਤ ਅਵਤਾਰਾਂ ਵਿੱਚ ਗਿਣਿਆ ਜਾਂਦਾ। ਪੂਰਨ ਅਵਤਾਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ। ਸੋ ਇਸੇ ਤਰ੍ਹਾਂ ਸੋਲਹ ਕਰਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਚੜ੍ਹਿਆ। ਪੂਰਨ ਅਵਤਾਰਾਂ ਵਿੱਚ ਵੀ ਬਈ 16 ਕਲਾ ਕ੍ਰਿਸ਼ਨ ਭਗਵਾਨ ਸਨ ਤੇ 14 ਕਲਾ ਰਾਮਚੰਦਰ ਜੀ ਸਨ। ਪੂਰੀਆਂ ਸ਼ਕਤੀਆਂ ਦੇ ਮਾਲਕ, ਅਨੰਤ ਕਲਾ ਹੋਏ ਠਾਕੁਰ, ਬੇਅੰਤ ਸ਼ਕਤੀਆਂ ਦੇ ਮਾਲਕ ਹੋ ਕਰਕੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਅਵਤਾਰ ਧਾਰਨਾ ਕੀਤਾ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦੇ ਫਰਜ਼ੰਦ, ਜਿਨ੍ਹਾਂ ਨੇ ਜ਼ੁਲਮ ਦਾ ਟਾਕਰਾ ਕਰਨਾ ਕੀਤਾ,
ਉਹ ਵੀ ਸਾਧ ਸੰਗਤ ਜੀ ਅਵਤਾਰਾਂ ਵਿੱਚ ਹੀ ਹਨ। ਆਪ ਜੀ ਨਿਤ ਅਵਤਾਰ ਹਨ। ਆਪ ਜੀ ਮਹਾਰਾਜ ਜੀ ਦੇ ਫਰਜ਼ੰਦ ਬਾਬਾ ਅਜੀਤ ਸਿੰਘ ਜੀ, ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ 3 ਮਹਿਲ, ਮਾਤਾ ਅਜੀਤ ਕੌਰ ਜੀ, ਇਸੇ ਤਰ੍ਹਾਂ ਮਾਤਾ ਸੁੰਦਰ ਕੌਰ ਜੀ, ਤੇ ਇਸੇ ਤਰ੍ਹਾਂ ਮਾਤਾ ਸਾਹਿਬ ਦੇਵਾ ਕੌਰ ਜੀ, ਜੋ ਕਿ ਮਾਤਾ ਅਜੀਤ ਕੌਰ ਜੀ ਸਨ। ਇਹਨਾਂ ਦੇ 3 ਸਾਹਿਬਜ਼ਾਦੇ ਹੋਏ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ। ਇਹ ਮਾਤਾ ਅਜੀਤ ਕੌਰ ਜੀ ਦੇ ਸੁਪੁੱਤਰ ਸਨ। ਤੇ ਮਾਤਾ ਸੁੰਦਰ ਕੌਰ ਜੀ ਦੇ ਜੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਇਹਨਾਂ ਨੇ ਮਾਤਾ ਸੁੰਦਰ ਕੌਰ ਜੀ ਦੇ ਕੁੱਖੋਂ ਸਾਧ ਸੰਗਤ ਅਵਤਾਰ ਧਾਰਨਾ ਕੀਤਾ। ਇਸੇ ਤਰ੍ਹਾਂ ਗੁਰਬਾਣੀ ਪਾਠ ਦਰਪਣ ਦੇ ਅੰਦਰ ਆਪ ਜੀ ਦੇ ਕਿਹੜੇ ਸਾਨੂੰ ਆਪ ਜੀ ਨੇ ਅਵਤਾਰ ਧਾਰਿਆ, 1746 ਬਿਕਰਮੀ ਸੰਮਤ ਨੂੰ ਆਪ ਜੀ ਨੇ ਅਵਤਾਰ ਧਾਰਨੇ ਦਾ ਸਾਧ ਸੰਗਤ ਜੀ ਕਰਾਉਂਦਾ। ਤੇ ਇਸੇ ਤਰ੍ਹਾਂ ਮਾਤਾ ਸਾਹਿਬ ਕੌਰ ਜੀ, ਮਾਤਾ ਸਾਹਿਬ ਦੇਵਾ ਕੌਰ ਜੀ ਦੀ ਝੋਲੀ ਮਹਾਰਾਜ ਜੀ ਨੇ ਜੋ ਖਾਲਸਾ ਪੰਥ ਸੀ ਸਾਧ ਸੰਗਤ ਇਸ ਨੂੰ ਪਾਉਣਾ ਕੀਤਾ। ਤੇ ਇਸੇ ਤਰ੍ਹਾਂ ਜੋ ਕਿ ਤਵਾਰੀ ਖਾਲਸਾ ਹੈ, ਉਸ ਦੇ ਵਿੱਚ ਮਹਾਰਾਜ ਜੀ ਜਿਸ ਵੇਲੇ ਭੰਗਾਣੀ ਦਾ ਜੰਗ, ਹੋਰ ਜੰਗਾਂ ਨੂੰ ਜਦੋਂ ਜਿੱਤਣਾ ਕੀਤਾ, ਉਸ ਵੇਲੇ ਮਹਾਰਾਜ ਜੀ ਨੇ ਅਖੰਡ ਪਾਠ ਸਾਹਿਬ ਸਾਧ ਸੰਗਤ ਆਰੰਭ ਕਰਾਏ। ਉਹਨਾਂ ਦੇ ਭੋਗ ਪਏ। ਉਹਨਾਂ ਦੇ ਭੋਗ ਤੋਂ ਉਪਰੰਤ ਮਹਾਰਾਜ ਜੀ ਨੇ ਅਰਦਾਸ ਬੇਨਤੀਆਂ ਕੀਤੀਆਂ, ਕੜਾਹ ਪ੍ਰਸ਼ਾਦ ਦੀਆਂ ਦੀਗਾ ਵਰਤਾਈਆਂ। ਤੇ ਉਸ ਵੇਲੇ ਫਿਰ ਮਹਾਰਾਜ ਜੀ ਨੇ ਸਾਹਿਬਜ਼ਾਦੇ ਦਾ ਨਾਮ ਵੀ ਉਸੇ ਸਮੇਂ ਰੱਖਣਾ ਕੀਤਾ ਸੀ। ਇਸ ਤਰ੍ਹਾਂ ਉਹਦੇ ਵਿੱਚ ਆਉਂਦਾ ਹੈ। ਤੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਵੀ ਮਹਾਰਾਜ ਜੀ ਨੇ ਜਦੋਂ ਖਬਰ ਮਿਲੀ ਵੀ ਮਹਾਰਾਜ ਜੀ ਆਪ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਨੇ ਜਨਮ ਲਿਆ ਹੈ, ਵਿਸਾਰਨ ਵੱਡੇ ਸ੍ਰੀ ਕਲਗੀਧਰ ਉਰ ਵਿਚਾਰ ਕਰ, ਸਤਰਨ ਤੇ ਅਜੀਤ ਹੋਏ ਜੋ ਤਾਂ ਤੇ ਨਾਮ ਅਜੀਤ ਸਿੰਘ ਧਰ। ਬਈ ਸਾਡਾ ਜੋ ਸਾਹਿਬਜ਼ਾਦਾ ਹੈ, ਇਹਨੂੰ ਕੋਈ ਵੀ ਵੈਰੀ ਜਿੱਤ ਨਹੀਂ ਸਕੇਗਾ, ਵੈਰੀਆਂ ਤੋਂ ਇਹ ਅਜੀਤ ਹੋਣਗੇ, ਇਸ ਕਰਕੇ ਅਜੀਤ ਨਾਮ ਰੱਖਿਆ। ਦੂਜਾ ਸ੍ਰੀ ਗੁਰੂ ਪੰਥ ਪ੍ਰਕਾਸ਼ ਗਿਆਨ ਸਿੰਘ ਜੀ, ਉਹਦੇ ਵਿੱਚ ਮਹਾਰਾਜ ਜੀ ਇਸ ਤਰ੍ਹਾਂ ਵੀ ਜੰਗ ਜੀਤ ਆਏ ਹੋ ਤੇ ਆਪ ਅਜੀਤ ਭੀਤ, ਤਾਂ ਤੇ ਨਾਮ ਅਜੀਤ ਸਿੰਘ ਧਰਿਓ ਵਿਚਾਰ ਸਨੀਤ। ਬੜੀ ਨੀਤੀ ਨਾਲ ਵੀ ਆਪ ਜੰਗ ਨੂੰ ਜਿੱਤ ਕੇ ਆਏ ਹਾਂ, ਵੈਰੀਆਂ ਤੋਂ ਅਜੀਤ ਹਾਂ, ਵੀ ਸਾਡੇ ਸੁਪੁੱਤਰ ਇਹ ਵੀ ਅਜੀਤ ਹੀ ਹੋਣਗੇ, ਇਹਨਾਂ ਨੂੰ ਕੋਈ ਜਿੱਤ ਨਹੀਂ ਸਕੇਗਾ। ਇਸ ਕਰਕੇ ਵੀ ਮਹਾਰਾਜ ਜੀ ਨੂੰ ਨਾਮ ਅਜੀਤ ਸਿੰਘ ਰੱਖਣਾ ਕੀਤਾ। ਤੇ ਇਸੇ ਤਰ੍ਹਾਂ ਸ੍ਰੀ ਗੁਰਮੁਖ ਪ੍ਰਕਾਸ਼ ਦੇ ਅੰਦਰ ਮਹਾਂਪੁਰਖ ਲਿਖਦੇ ਹਨ, ਆਏ ਹੈ ਆਨੰਦਪੁਰ ਰਾਜਿਆਂ ਨੇ ਮੰਗੀ ਮਾਫੀ, ਦਿੰਦੇ ਉਪਦੇਸ਼ ਸਿੱਖ ਸੰਗਤਾਂ ਸੁਣਾਏ ਜੀ। ਆਨੰਦਪੁਰ ਸਾਹਿਬ ਜਦੋਂ ਆਏ ਮਹਾਰਾਜ ਜੀ ਪੌਂਟੇ ਸਾਹਿਬ ਤੋਂ, ਭੰਗਾਣੀ ਆਦਿਕ ਦੇ ਜੰਗ ਕਰਦੇ ਜਿਹੜੇ ਰਾਜੇ ਸਨ, ਇਹਨਾਂ ਨੇ ਜਿਹੜੀਆਂ ਕੁਨੀਤੀਆਂ ਕੀਤੀਆਂ, ਇਹਨਾਂ ਨੇ ਆ ਕੇ ਮਾਫੀ ਮੰਗੀ। ਸਿੱਖ ਸੰਗਤਾਂ ਨੂੰ ਮਹਾਰਾਜ ਜੀ ਉਪਦੇਸ਼ ਦਿੰਦੇ। ਉੱਥੇ ਹੀ ਫਿਰ ਸੁੰਦਰੀ ਅਜੀਤ ਸਿੰਘ ਮਾਤ ਭਈ ਜਗ ਮਾਹੇ, ਬਈ ਮਾਤਾ ਸੁੰਦਰ ਕੌਰ ਜੀ ਦੇ ਕੁੱਖੋਂ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਨੇ ਜਨਮ ਲੈਣਾ ਕੀਤਾ। ਤੇ ਅਜੀਤ ਕੌਰ ਤੀਨੇ ਸੁੱਤ ਜਗ ਜਸ ਗਾਏ ਜੀ। ਤੇ ਜਿਹੜੇ ਬਾਕੀ ਦੇ 3 ਸਾਹਿਬਜ਼ਾਦੇ ਹਨ, ਉਹ ਮਾਤਾ ਅਜੀਤ ਕੌਰ ਜੀ ਦੀ ਕੁੱਖੋਂ ਉਹਨਾਂ ਨੇ ਜਨਮ ਲੈਣਾ ਕੀਤਾ। ਇਸੇ ਤਰ੍ਹਾਂ ਸ੍ਰੀ ਗੁਰਪੁਰ ਪ੍ਰਕਾਸ਼ ਦੇ ਅੰਦਰ ਕਵੀ ਸੰਤ ਪ੍ਰੇਮ ਸਿੰਘ ਜੀ ਲਿਖਦੇ ਹਨ, ਸ੍ਰੀ ਅਕਾਲ ਗੁਰਦਇਆ ਜੋ ਕੀਨ, ਜਨਮ ਸਜਾਦੇ ਪ੍ਰਤ ਹੈ ਲੀਨ। ਵੀ ਅੰਮ੍ਰਿਤ ਵੇਲੇ ਬਾਬਾ ਅਜੀਤ ਸਿੰਘ ਜੀ ਨੇ ਅਵਤਾਰ ਧਾਰਨਾ ਕੀਤਾ। ਮਤਨ ਮਨ ਆਨੰਦ ਨਮਾਏ, ਅਨਕ ਬਿਦਨ ਕੇ ਮੰਗਲ ਗਾਏ। ਕਿ ਮਾਤਾਵਾਂ ਦੇ ਅੰਦਰ ਬਹੁਤ ਹੀ ਖੁਸ਼ੀ, ਬਹੁਤ ਖੁਸ਼ ਹੋਈਆਂ ਮਾਤਾਵਾਂ ਸਾਰੀਆਂ ਇਹ ਅਨੇਕਾਂ ਤਰ੍ਹਾਂ ਦੀ ਹੈ। ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਕੀਰਤਨ ਗਾਏ ਗਏ। ਸ੍ਰੀ ਪ੍ਰਭ ਬਹੁ ਕਰਾਹੋ ਕਰਵਾਇਓ, ਕਰ ਅਰਦਾਸ ਤਬੈ ਵਰਤਾਇਓ। ਮਹਾਰਾਜ ਜੀ ਨੇ ਬੇਅੰਤ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕੀਤੀਆਂ ਗਈਆਂ, ਅਰਦਾਸੇ ਹੋਏ ਸਾਰੇ। ਫਿਰ ਜੋ ਕੜਾਹ ਪ੍ਰਸ਼ਾਦ ਦੀ ਦੇਗ ਸੀ, ਉਹ ਸੰਗਤਾਂ ਵਿੱਚ ਵਰਤਾਈ ਗਈ। ਨਾਲ ਹੀ ਉੱਥੇ ਮਹਾਰਾਜ ਜੀ ਨੂੰ ਗੁੜਤੀ ਦੇਣ ਦਾ ਪ੍ਰਸੰਗ ਵੀ ਕਵੀ ਜੀ ਨੇ ਲਿਖਿਆ ਹੈ, ਸ੍ਰੀ ਸਾਹਿਬ ਕੀ ਨੋਗ ਤੁਲਾਈ, ਕਛ ਮਿਠਾਸ ਵਿੱਚ ਬੀਚ ਤਬ ਪਾਈ। ਸ੍ਰੀ ਜਪ ਪੌੜੀ ਪੰਚ ਉਚਾਰੀ, ਗੁੜਤੀ ਦੀਨ ਸਜਾਦੇ ਭਾਰੀ। ਵੀ ਮਹਾਰਾਜ ਜੀ ਨੇ ਜਪਜੀ ਸਾਹਿਬ ਦਾ ਪਾਠ ਕਰਕੇ, ਅੰਮ੍ਰਿਤ ਜਲ ਸ੍ਰੀ ਸਾਹਿਬ ਲੈ ਕਰਕੇ ਸ੍ਰੀ ਸਾਹਿਬ ਦੀ ਨੋਕ ਦੇ ਨਾਲ ਇਸ ਤਰ੍ਹਾਂ ਸਾਹਿਬਜ਼ਾਦੇ ਨੂੰ ਜੋ ਕਿ ਜਪਜੀ ਸਾਹਿਬ ਦਾ ਪਾਠ ਕਰਕੇ ਗੁੜਤੀ ਦੇਣਾ ਕੀਤੀ। ਫਿਰ ਇਸੇ ਤਰ੍ਹਾਂ ਨਾਮ ਰੱਖਣ ਵਾਸਤੇ ਮਹਾਰਾਜ ਜੀ ਨੇ ਮਨ ਵਿੱਚ ਵਿਚਾਰਿਆ, ਨਹਿ ਸਤਰੂ ਤੇ ਜੀਤਿਓ ਜਾਏ, ਲਾਜ ਬੰਸ ਕੀ ਰੱਖ ਦਿਖਲਾਏ। ਵੀ ਵੈਰੀਆਂ ਤੋਂ ਜਿੱਤੇ ਨਹੀਂ ਜਾਣਗੇ ਸਾਡੇ ਸਾਹਿਬਜ਼ਾਦੇ, ਵੀ ਆਪਣੀ ਸੋਢ ਬੰਸ ਦੀ ਇਹ ਲੱਜਾਂ ਨੂੰ ਰੱਖਣਗੇ, ਰੱਖੇ ਦਿਖਾਣਗੇ। ਚਮਕੌਰ ਸਾਹਿਬ ਆਉਣ ਵਾਲੇ ਭਵਿੱਖਤ ਬਚਨ ਨੂੰ ਯਾਦ ਕਰਦਿਆਂ ਹੋਇਆ, ਅਜੀਤ ਸਿੰਘ ਦਿਲਾਵਰੀ ਚੋ ਤੀਰੋ ਤੂਫਾਨ। ਵੀ ਸਾਡੇ ਸਾਹਿਬਜ਼ਾਦੇ ਦਿਲਾਵਰੀ ਬਹਾਦਰੀ ਦਿਖਾਣਗੇ, ਤੀਰੋ ਤੂਫਾਨ, ਗੋਲੀਆਂ ਦੇ ਨਾਲ, ਤੀਰਾਂ ਦੇ ਨਾਲ, ਸ੍ਰੀ ਸਾਹਿਬ ਦੇ ਨਾਲ ਵੈਰੀਆਂ ਨੂੰ ਮਾਰ ਮਾਰ ਕੇ ਕੱਟ ਕੱਟ ਕੇ ਸਿੱਟ ਦੇਣਗੇ। ਨਾਰਾਜ਼ ਛੰਦ ਅਜੀਤ ਸਿੰਘ ਜੀਤ ਹੈ ਨਾ ਜੀਤ ਵੈਰੀ ਜਾਏਂਗੇ।
ਕਹਿੰਦੇ ਸਾਡੇ ਸਾਹਿਬਜ਼ਾਦੇ ਦੀ ਜਿੱਤ ਹੋਏਗੀ, ਇਹਨਾਂ ਨੂੰ ਕੋਈ ਵੀ ਲਲਕਾਰ ਕੇ ਸਾਹਮਣੇ ਆ ਕੇ ਵੀ ਮੇਰੇ ਨਾਲ ਲੜ, ਕੋਈ ਵੀ ਵੈਰੀ ਇਹੋ ਜਿਹੇ ਜਰਨੈਲ ਜਿੱਤ ਕੇ ਨਹੀਂ ਜਾ ਸਕੇਗਾ। ਜ਼ਮੀਨ ਜਮਾ ਕੇ ਵਿਖੇ ਨਾ ਤੇਗ ਝਾਲ ਪਾਏਗੇ। ਇਸ ਧਰਤੀ ਤੇ ਉੱਤੇ, ਆਕਾਸ਼ ਤੇ ਉੱਤੇ, ਧਰਤੀ ਦੇ ਉੱਤੇ ਕੋਈ ਵੀ ਇਹਨਾਂ ਦੀ ਤੇਗ ਨੂੰ ਝੱਲ ਨਹੀਂ ਸਕੇਗਾ। ਜਿਵੇਂ ਬਿਜਲੀ ਲਸ਼ਕਦੀ, ਕਦੇ ਕਿਤੇ ਲਸ਼ਕਦੀ ਬੱਦਲਾਂ 'ਚ, ਕਦੇ ਕਿਤੇ, ਇਸ ਤਰ੍ਹਾਂ ਕਹਿੰਦੇ ਸ੍ਰੀ ਸਾਹਿਬ ਉਹ ਬਿਜਲੀ ਨਾਲ ਵੀ ਤੇਜ਼ ਚੱਲੇਗੀ। ਸਮਾਨ ਸ਼ੇਰ ਗਰਜ ਹੈ ਨਾ ਗਰਜ ਸਹਿ ਪਾਏਂਗੇ। ਜਿਵੇਂ ਸ਼ੇਰ ਗਰਜਦਾ ਹੁੰਦਾ ਜੰਗਲ ਦੇ ਵਿੱਚ, ਬੱਕਰੀਆਂ ਭੇਡਾਂ ਇੱਧਰ ਉੱਧਰ ਨੂੰ ਦੌੜੀਆਂ ਫਿਰਦੀਆਂ, ਕਹਿੰਦੇ ਇਹਨਾਂ ਦੀ ਗਰਜ ਨੂੰ ਵੀ ਵੈਰੀ ਸਹਿ ਨਹੀਂ ਪਾਉਣਗੇ। ਦੁਰੰਤ ਦੁਸ਼ਟ ਜੀਤ ਹੈ ਬੇਅੰਤ ਸੈਨ ਕਾਹੇਂਗੇ। ਬੜੀ ਛੇਤੀ ਹੀ ਵੈਰੀਆਂ ਨੂੰ ਜਿੱਤ ਲੈਣਗੇ। ਬੇਅੰਤ ਸੈਨਾ ਨੂੰ ਸਾਡੇ ਸਾਹਿਬਜ਼ਾਦੇ ਕੌਣ ਕਾਹੇ ਕੀ ਨਾਸ ਕਰਨਗੇ। ਇਸ ਤਰ੍ਹਾਂ ਸਾਹਿਬਜ਼ਾਦੇ ਦੇ ਬਾਬਤ ਸਤਿਗੁਰੂ ਮਹਾਰਾਜ ਜੀ ਨੇ ਜਾਣ ਕੇ ਵੀ ਤਾਂ ਜਿੱਤੇ ਨਹੀਂ ਜਾਣਗੇ, ਵੈਰੀ ਧੋਖੇ ਨਾਲ ਹੀ ਗੋਲੀਆਂ ਚਲਾਉਣਾ ਕਰਨਗੇ। ਸੋ ਇਸ ਤਰ੍ਹਾਂ ਮਹਾਰਾਜ ਜੀ ਨੇ ਆਪਣੇ ਸਪੁੱਤਰ ਦਾ ਨਾਮ ਰੱਖਣਾ ਕੀਤਾ। ਸੋ ਬਾਬਾ ਅਜੀਤ ਸਿੰਘ ਜੀ ਦੇ ਪ੍ਰਕਾਸ਼ ਪੁਰਬ ਅਵਤਾਰ ਸੰਬੰਧ ਦੇ ਵਿੱਚ ਇਹ ਸਾਧ ਦੀ ਕਥਾ ਮਹਾਰਾਜ ਨੇ ਬਖਸ਼ਿਸ਼ ਕੀਤੀ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗੁਰੂ ਕੀ ਸੰਗਤ ਨੇ ਸਤਿਗੁਰੂ ਮਹਾਰਾਜ ਜੀ ਨੇ ਖਿਮਾ ਕਰ ਦੇਣੀ। ਅੱਗੇ ਤੋਂ ਸਮਝ ਬਖਸ਼ਣੀ ਜੀ। ਲੇਖਾ ਕਤ ਹੈ ਨਾ ਛੂਟੀਆ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਿੰਘ ਹੈ ਨਾ ਸਿਆਰ ਹੈ ਨਾ ਹੈ ਨਾ ਰੰਗ ਹੈ ਨਾ ਸਿੰਘ ਹੈ ਨਾ ਸਿਆਰ ਹੈ ਨਾ ਰੋ ਹੈ ਨਾ ਰੰਗ ਹੈ ਨਾ ਸਿੰਘ ਹੈ ਨਾ ਸਿਆਰ ਹੈ ਨਾ ਰੋ ਹੈ ਨਾ ਰੰਗ ਹੈ ਨਾ ਮਾਨ ਹੈ ਨਾ ਮੂਰਤ ਹੈ ਨਾ ਸਾਰ ਹੈ ਨਾ ਸੰਗ ਨਾ ਪਾਉ ਹੈ ਨਾ ਮੂਰਤ ਹੈ ਨਾ ਸਾਗ ਹੈ ਨਾ ਸਗ ਹੈ ਨਾ ਸਿੰਘ ਹੈ ਨਾ ਸਿਆਰ ਹੈ ਨਾ ਰੋ ਹੈ ਨਾ ਰੰਗ ਹੈ ਨਾ ਸਿੰਘ ਹੈ ਨਾ ਸਿਆਰ ਹੈ ਨਾ ਰੋ ਹੈ ਨਾ ਨਾ ਸਿੰਘ ਹੈ ਨਾ ਸਿਆਰ ਹੈ ਨਾ ਰੋ ਹੈ ਨਾ ਰੰਗ ਹੈ ਨਾ ਸਿੰਘ ਹੈ ਨਾ ਸਿਆਰ ਹੈ ਨਾ ਰੋ ਹੈ ਨਾ ਰੰਗ ਹੈ ਨਾ ਸਿੰਘ ਹੈ ਨਾ ਸਿਆਰ ਹੈ ਨਾ ਰੋ ਹੈ ਨਾ ਰੰਗ ਹੈ ਨਾ ਸਿੰਘ ਹੈ ਨਾ ਸਿਆਰ ਹੈ ਨਾ ਰੋ ਹੈ ਨਾ ਰੰਗ ਨਾ ਜੱਜ ਹੈ ਨਾ ਗੰਧਰਵ ਹੈ ਨਾ ਨਰ ਹੈ ਨਾ ਨਾਰ ਹੈ ਨਾ ਜੱਜ ਹੈ ਨਾ ਗੰਧਰਵ ਹੈ ਨਾ ਨਰ ਹੈ ਨਾ ਨਾਰ ਨਾ ਜੱਜ ਹੈ ਨਾ ਗੰਧਰਵ ਹੈ ਨਾ ਨਰ ਹੈ ਨਾ ਨਾਰ ਹੈ ਨਾ ਚੋਰ ਹੈ ਨਾ ਸਾਰ
ना जंतर है ना मंतर है ना तंत्र को स्वरूप है ना जंतर है ना मंतर है ना तंत्र को छुप है ना जंतर है ना मंतर है ना तंत्र ना जंतर है ना मंतर है ना तंत्र को स्वरूप है ना जंतर है ना मंतर है ना तंत्र को स्वरूप है ना जंतर है मंतर है ना तंत्र को स्वरूप ना राग है ना रंग है ना रेग है ना रूप है ना राग है ना रंग है ना रेग है ना रूप ना सिंह है ना सार है गाओ है ना रंग है ना सिंह है ना सार है गाओ है ना रंग है ना सिंह है ना सार है सिंह है ना सार है सिंह है ना सार है गाओ है ना रंग है ना मान है ना मोल है ना साग है ना संग जी दरबार में तेरा दरबार सचखंड बसा निरंकारा लक्ष्मी कड़ी तुम्हारे दरबारा सर्व देवते बड़ी बड़ी बड़ा मार तेरा भगवा रंग प्रगटे नयन करवा दिया सब करवा सब तेरा राज तेरा करवा तेरे कारण लाई तो बेकार कोई माता तेरी अपना विचारवा धन राम भोर दर्शन जन बता नानक दास दास तो आया दिल बता मेरा जी तेरा नाम सदा है सदा है सत्रिया गुरबर आकार तेरी माया बात नगरो चरण हाल निहाल 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 वाहिगुरु जी का खालसा वाहिगुरु जी की फतेह फतेह वाहिगुरु जी का खालसा वाहिगुरु जी फतेह वाहिगुरु जी की फतेह वाहिगुरु जी फतेह वाहिगुरु जी की फतेह वाहिगुरु जी ਸਮੂਹ ਗੁਰੂ ਪਿਆਰੀ ਸਾਧ ਸੰਗਤ ਜੀ ਨੂੰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਖਾਲਸਾ ਜੀ ਦੇ ਵੱਡੇ ਭਰਾਤਾ ਜੀ ਅਤੇ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜੋ ਜਨਮ ਦਿਹਾੜੇ ਆਏ ਹਨ ਉਹਨਾਂ ਦੀ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਜੀ ਵਜਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ परम सन्मानियो गुरु स्वरूप गुरु खालसा साध संगत जी वाहिगुरु जी का खालसा वाहिगुरु जी की फतेह। गुरमुखां ने ये फुरना कीता, ये शुभ विचार प्रगट कीती है कि अज संत ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਜਨਮ ਦਿਹਾੜੇ ਤੇ ਉਹਨਾਂ ਦੇ ਜੀਵਨ ਦੀਆਂ ਵਿੱਚੋਂ ਕੁਝ ਝਲਕੀਆਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਜਾਣ। ਗੁਰੂ ਪਿਆਰਿਓ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਉਹਨਾਂ ਦਾ ਤਖੁੱਲਸ ਹੀ ਖਾਲਸਾ ਸੀ। ਪੰਥ ਵਿੱਚ ਉਹ ਜਾਣੇ ਜਾਂਦੇ ਸਨ ਦੋ ਨਾਵਾਂ ਤੋਂ, ਗਿਆਨੀ ਜੀ ਤੇ ਖਾਲਸਾ ਜੀ ਕਰਕੇ। ਔਰ ਗਿਆਨ ਦੇ ਤੇ ਐਸੇ ਪ੍ਰਚੰਡ ਸਾਗਰ ਸੀ ਜਿਸ ਦੀ ਕੋਈ ਮਿਸਾਲ ਮੇਰਾ ਖਿਆਲ ਉਸ ਸਮੇਂ ਤੋਂ ਲੈ ਕਰਕੇ ਹੁਣ ਤੱਕ ਸਿੱਖ ਜਗਤ ਦੇ ਵਿੱਚ ਹੋ ਨਹੀਂ ਸਕੀ। ਔਰ
ਖਾਲਸਾਈ ਗੁਣਾਂ ਦੇ ਨਾਲ ਐਸੇ ਲਬਾਲਬ ਭਰਪੂਰ ਗੁਰੂ ਦੀ ਬਖਸ਼ਿਸ਼ ਉਹਨਾਂ ਤੇ ਐਸੀ ਛਾਈ ਹੋਈ ਸੀ, ਐਸੀ ਉਮੜ ਕਰਕੇ ਆਈ ਹੋਈ ਸੀ ਕਿ ਖਾਲਸੇ ਦੇ ਜਿਤਨੇ ਵੀ ਸਮਗਰ ਗੁਣ ਸਨ ਉਹਨਾਂ ਦੇ ਜੀਵਨ ਵਿੱਚੋਂ ਪ੍ਰਾਪਤ ਹੁੰਦੇ ਸਨ। ਇਸ ਕਰਕੇ ਗੁਰਬਾਣੀ ਦੀਆਂ ਉਹ ਪੰਕਤੀਆਂ, ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਮਹਾਂਪੁਰਖਾਂ ਦੇ ਇਸ ਜਨਮ ਦਿਹਾੜੇ ਤੇ ਸਰਬੱਤਰ ਗੁਰੂ ਕੀਆਂ ਸੰਗਤਾਂ ਨੂੰ, ਖਾਲਸੇ ਪੰਥ ਨੂੰ ਬਹੁਤ ਵਧਾਈ, ਕਿਉਂ ਕਰਕੇ ਅਸੀਂ ਆਪਣੇ ਵੱਡਿਆਂ ਦੀਆਂ ਬਰਕਤਾਂ ਅੱਜ ਵੀ ਮਾਣ ਰਹੇ ਹਾਂ। ਅੱਜ ਵੀ ਜੇ ਅਸੀਂ ਪੰਜੇ ਤਖਤਾਂ ਦੇ ਦਰਸ਼ਨ ਕਰੀਏ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗੁਰੂ ਘਰ ਦੇ ਧਾਮਾਂ ਦੇ ਦਰਸ਼ਨ ਕਰੀਏ, ਤੇ ਜਿਤਨੇ ਵੀ ਸਾਡੇ ਗਿਆਨੀ ਸਿੰਘ ਸਾਹਿਬਾਨ, ਸਿੰਘ ਸਾਹਿਬ, ਜਥੇਦਾਰ ਆਦਿਕ ਉੱਚ ਪਦਵੀਆਂ ਤੇ ਸੁਸ਼ੋਭਿਤ ਹਨ, ਉਹ ਕਿਤੇ ਨਾ ਕਿਤੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਤੋਂ ਹੀ ਪਰਸ ਕਰਕੇ, ਭਾਵ ਉਹਨਾਂ ਦੇ ਕੋਲੋਂ ਜਾਂ ਉਹਨਾਂ ਦੇ ਵਿਦਿਆਰਥੀਆਂ ਦੇ ਪਾਸੋਂ ਵਿੱਦਿਆ ਪ੍ਰਾਪਤ ਕਰਕੇ ਪੰਥ ਵਿੱਚ ਸੇਵਾ ਕਰ ਰਹੇ ਆ। ਔਰ ਇਸੇ ਤਰ੍ਹਾਂ ਦੇ ਨਾਲ ਮੇਰਾ ਖਿਆਲ ਪੰਥ ਦੇ ਕੁਝ ਸਮੇਂ ਵਾਸਤੇ ਇਸ ਤਰ੍ਹਾਂ ਹੀ ਚੱਲੇਗਾ, ਕਿਉਂ ਕਰਕੇ ਐਸਾ ਉਹ ਪੀਊ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਸਾਡੇ ਕੋਲ ਛੱਡ ਕਰਕੇ ਗਏ। ਕਲਗੀਧਰ ਜੀ ਵੱਲੋਂ ਬਖਸ਼ੀ ਹੋਈ ਦਮਦਮਾ ਸਾਹਿਬ ਜੋ ਵਿੱਦਿਆ ਸੀ, ਉਸ ਨੂੰ ਇਸ ਤਰ੍ਹਾਂ ਉਹਨਾਂ ਵੰਡਿਆ, ਪ੍ਰਚਾਰਿਆ ਤੇ ਪ੍ਰਸਾਰਿਆ। ਦੇਖੋ, ਅਖਾੜੇ ਨਗਰ ਦੇ ਵਿੱਚ ਫੱਗਣ ਦੀ ਸੰਗਰਾਂਦ, ਮੱਘਰ ਦੀ ਪੂਰਨਮਾਸ਼ੀ ਤੇ ਮਾਘ ਦੀ ਪੂਰਨਮਾਸ਼ੀ ਤੇ ਜੋ ਮਹਾਂਪੁਰਖਾਂ ਨੇ ਜਨਮ ਲਿਆ, ਇਹ ਉਹਨਾਂ ਨੇ ਇਕੱਲਾ ਜਨਮ ਨਹੀਂ ਲਿਆ। ਮੇਰੇ ਵਿਚਾਰ ਦੇ ਅਨੁਸਾਰ ਇਹ ਕਥਨੀ ਨਹੀਂ ਹੋਵੇਗੀ ਕਿ ਉਸ ਦਿਨ ਕਥਾ ਦੇ ਇਸ ਮਹਾਨ ਦੈਵੀ ਸਰੂਪ ਨੇ ਹੀ ਅਵਤਾਰ ਧਾਰਿਆ। ਕਥਾ ਹੀ ਪ੍ਰਗਟ ਹੋ ਕਰਕੇ ਇੱਕ ਬਾਲਕ ਦਾ ਰੂਪ ਧਾਰ ਕਰਕੇ ਅਖਾੜੇ ਨਗਰ ਦੇ ਵਿੱਚ ਸੋ ਆਈ, ਤੇ ਫਿਰ ਪੂਰੀ ਜੀਵਨ ਇਸ ਕਥਾ ਨੇ ਸੋ ਸਿੱਖ ਜਗਤ ਦੀ ਸੇਵਾ ਕੀਤੀ। ਗੁਰੂ ਪਿਆਰਿਓ, ਜਦੋਂ ਅਸੀਂ ਭਗਤ ਰਤਨਾਵਲੀ ਜਾਂ ਅਸੀਂ ਭਗਤ ਮਾਲ ਜਿਤਨੇ ਗ੍ਰੰਥ ਬਣੇ ਉਹਨਾਂ ਅਸੀਂ ਸਾਖੀਆਂ ਸੁਣਦੇ ਹਾਂ ਕਿ ਭਗਤ ਧੰਨੇ ਨੇ ਪੱਥਰ ਦੇ ਵਿੱਚੋਂ ਵਾਹਿਗੁਰੂ ਜੀ ਨੂੰ ਪ੍ਰਗਟ ਕੀਤਾ। ਨਾਮਦੇਵ ਜੀ ਵਾਸਤੇ ਕਿਸ ਤਰ੍ਹਾਂ 72 ਵਾਰ ਵਾਹਿਗੁਰੂ ਨੇ ਰੂਪ ਧਾਰ ਕਰਕੇ ਉਸ ਨੂੰ ਦਰਸ਼ਨ ਦਿੱਤੇ। ਫਿਰ ਅਸੀਂ ਨਵੀਨ ਸਿੱਖ ਜਗਤ ਦੇ ਮਹਾਂਪੁਰਸ਼ਾਂ ਵੱਲ ਵੇਖਦੇ ਹਾਂ ਤੇ ਬਾਬਾ ਨੰਦ ਸਿੰਘ ਜੀ ਮਹਾਰਾਜ ਜੀ ਨੇ ਕੈਸੇ ਪੋਥੀ ਪਰਮੇਸ਼ਰ ਕਾ ਥਾਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਭੋਗ ਲਵਾ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਤੱਖ ਸਰੂਪ ਦੇ ਦਰਸ਼ਨ ਕੀਤੇ। ਇਸ ਤਰ੍ਹਾਂ ਹੀ ਗੁਰੂ ਪਿਆਰਿਓ, ਦਰਸ਼ਨ ਕੇਵਲ ਪ੍ਰਤੱਖ ਨਹੀਂ ਹੁੰਦਾ, ਦਰਸ਼ਨ ਕੇਵਲ ਸਰੂਪ ਦੇ ਸਰਗੁਣ ਸਰੂਪ ਦਾ ਨਹੀਂ ਹੁੰਦਾ, ਨਿਰਗੁਣ ਰੂਪ ਦੇ ਵੀ ਦਰਸ਼ਨ ਹੁੰਦੇ ਆ। ਔਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਜਿਤਨੀ ਵਾਰ ਵੀ ਉਹ ਕਥਾ ਕਰਦੇ ਸਨ, ਮੇਰਾ ਖਿਆਲ ਕਿ ਉਹ ਨਿਰਗੁਣ ਦੇ ਹੀ ਦਰਸ਼ਨ ਕਰਦੇ ਸੀ, ਤੇ ਸੁਣਨ ਵਾਲੇ ਸਰੋਤੇ ਜਿਹੜੇ ਸੁਰਤੀ ਟਿਕਾ ਕਰਕੇ ਸੁਣਦੇ ਸੀ, ਉਹਨਾਂ ਨੂੰ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਵਿੱਚੋਂ ਉਹ ਦਰਸ਼ਨ ਕਰਵਾ ਦਿੰਦੇ ਸਨ। ਗੁਰੂ ਪਿਆਰਿਓ, ਮੈਂ ਮਹਾਂਪੁਰਖਾਂ ਦੀ ਨਾ ਤੇ ਸੰਗਤ ਕੀਤੀ, ਨਾ ਮੈਂ ਦਰਸ਼ਨ ਹੀ ਕਰ ਸਕਿਆ। ਮੇਰਾ ਜਨਮ ਹੀ ਬਹੁਤ ਮਗਰੋਂ ਹੋਇਆ, ਇਸ ਕਰਕੇ ਮੈਨੂੰ ਲੱਗਦਾ ਕਿ ਸ਼ਾਇਦ ਮੈਂ ਯੋਗ ਨਹੀਂ ਇਹ ਕਥਾ ਕਰਨ ਵਾਸਤੇ। ਪਰ ਜਿਹੜੇ ਕਿਸੇ ਵੀ ਟੀਚਰ ਦੇ ਸਟੂਡੈਂਟ ਹੁੰਦੇ ਆ, ਅਸਲ ਦੇ ਵਿੱਚ ਉਹ ਜਿਹੜੇ ਸਟੂਡੈਂਟ ਆ ਉਹੀ ਉਸ ਟੀਚਰ ਦਾ ਅਸਲੀ ਰੂਪ ਸ੍ਰਿਸ਼ਟੀ ਵਿੱਚ ਪ੍ਰਗਟਾਉਂਦੇ ਆ ਆਪਣੇ ਜੀਵਨ ਆਚਰਨ ਦੇ ਨਾਲ ਤੇ ਆਪਣੀ ਉੱਚ ਸਫਲਤਾਈਆਂ ਦੇ ਨਾਲ। ਮੈਂ ਮਹਾਂਪੁਰਸ਼ਾਂ ਦੇ ਬਹੁਤ ਵਿਦਿਆਰਥੀਆਂ ਦੀ ਸੰਗਤ ਜਾਂ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਕੀਤਾ, ਔਰ ਪ੍ਰੇਮ ਕਰਨ ਵਾਲਿਆਂ ਦਾ ਵੀ। ਗਿਆਨੀ ਵੀਰ ਸਿੰਘ ਜੀ ਮੱਧੋਕੇ ਵਾਲਿਆਂ ਨੇ, ਜਿਨ੍ਹਾਂ ਨੇ ਖਾਲਸਾ ਵਿਚਿੱਤਰ ਜੀਵਨ ਲਿਖਿਆ, ਉਹਨਾਂ ਨੇ ਮੈਨੂੰ ਸਰਵਣ ਕਰਵਾਇਆ ਕਿ ਜਦੋਂ ਮਹਾਂਪੁਰਖ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਜਾਂਦੇ ਸਨ, ਤੇ ਖਾਸ ਕਰਕੇ ਜਦੋਂ ਉਹ ਕਥਾ ਸਤਿਗੁਰੂ ਜੀ ਦੀ ਤਾਬਿਆ ਤੇ ਕਰਦੇ ਸਨ, ਜਿਹੜਾ ਉਹਨਾਂ ਦਾ ਰੰਗ ਦਰਬਾਰ ਤੋਂ ਬਾਹਰ ਹੁੰਦਾ ਸੀ, ਦੁੱਗਣੀ ਤ੍ਰਿਗਣੀ ਲਾਲੀ ਮਹਾਂਪੁਰਖਾਂ ਦੇ ਚਿਹਰੇ ਤੋਂ ਜਿਵੇਂ ਚੋਂਦੀ ਹੋਵੇ ਲਾਲੀ, ਐਸਾ ਨੂਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦੇ ਵਿੱਚੋਂ ਪ੍ਰਗਟ ਹੁੰਦਾ ਸੀ। ਐਸਾ ਉਹਨਾਂ ਦੇ ਅੰਦਰ ਹਿਰਦੇ ਦੇ ਵਿੱਚ ਕਮਲ ਪ੍ਰਗਾਸ ਦਾ ਸੀ, ਖਿੜਦਾ ਸੀ। ਇਸ ਤਰ੍ਹਾਂ ਉਹ ਰਸ ਦੇ ਨਾਲ ਕਥਾ ਕਰਦੇ ਸਨ। ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ। ਮੇਰੇ ਪਿੰਡ ਸ਼ਾਦੀਪੁਰ ਦੇ ਵਿੱਚ ਕੁਝ ਸਾਲ ਪਹਿਲਾਂ ਅਸੀਂ ਸੰਤਾਂ ਦੀ ਬਰਸੀ ਮਨਾਈ ਸੀ, ਤੇ ਉਸ ਵੇਲੇ ਗਿਆਨੀ ਪੂਰਨ ਸਿੰਘ ਜੀ ਦਿੱਲੀ ਵਾਲੇ, ਉਹਨਾਂ ਨੇ ਮੈਨੂੰ ਇਹ ਕਵਿਤਾ ਸੁਣਾਈ ਸੀ ਤੇ ਫਿਰ ਸਟੇਜ ਤੋਂ ਵੀ ਸਰਵਣ ਕਰਵਾਈ ਸੀ, ਜਿਹੜੀ ਉਹਨਾਂ ਨੇ ਮਹਾਂਪੁਰਖਾਂ ਦੀ ਕਥਾ ਮੁਤਲਕ ਸੋ ਲਿਖੀ ਹੈ। ਉਹਨਾਂ ਲਿਖਿਆ, ਅੰਮ੍ਰਿਤ ਰਸ ਭਰੀ ਪ੍ਰਭੂ ਜੂ ਕੇ ਜਸ ਭਰੀ, ਗੁਹਜਰ ਹਸ ਭਰੀ ਕਥਾ ਮਹਾਰਾਜ ਕੀ, प्रभु जी के जाप परी प्रभु जी के ताप परी प्रभु के प्रताप परी कथा महाराज की।
प्रभु जी के ध्यान परी, प्रभु जी के ज्ञान परी, नाम निदान परी कथा महाराज की, वेदन वेदांत परी, मतन मथांत परी, ਪੂਰਨ ਮਹਾਂਤ ਪਰੀ ਕਥਾ ਮਹਾਰਾਜ ਕੀ। ਇਹ ਉਹਨਾਂ ਨੇ ਆਪਣੇ ਵਿਦਿਆ ਦਾਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦੇ ਮੁਤਲਕ ਲਿਖਿਆ। ਔਰ ਮੈਂ ਇੱਕ ਵਿਦਿਆਰਥੀ, ਇੱਕ ਸਿੱਖਿਆਰਥੀ ਹੋਣ ਦੇ ਨਾਤੇ ਇਹ ਮੇਰਾ ਆਪਣਾ ਅਨੁਭਵ ਕਈ ਵਾਰ ਰਿਹਾ ਹੈ ਕਿ ਜਦੋਂ ਮਹਾਂਪੁਰਖ ਕਥਾ ਕਰਦੇ, ਤੁਸੀਂ ਸੁਖਮਣੀ ਸਾਹਿਬ ਜੀ ਦੀ ਕਥਾ ਸਰਵਣ ਕਰੋ, ਖਾਸ ਕਰਕੇ ਜੇ ਕਿਸੇ ਨੇ ਇਹ ਚੀਜ਼ ਨੂੰ ਪਰਖਣਾ ਜਾਂ ਵਾਚਣਾ ਹੋਵੇ। ਮਹਾਂਪੁਰਖ ਬਹੁਤ ਹੀ ਅਨੁਭਵੀ ਗੱਲਾਂ ਕਰਦੇ ਆ, ਔਰ ਉਹ ਥਰਡ ਪਰਸਨ ਜਿਸ ਨੂੰ ਅਸੀਂ ਇੰਗਲਿਸ਼ ਵਿੱਚ ਕਹਿੰਦੇ, ਜਿਹਦਾ ਮਤਲਬ ਆ ਕਿ ਮਹਾਂਪੁਰਖ ਕਹਿੰਦੇ ਆ ਕਿ ਇਸ ਤਰ੍ਹਾਂ ਜਦੋਂ ਅਭਿਆਸੀ ਜੀਵ ਜਗਿਆਸੂ ਸਿਮਰਨ ਵਾਹਿਗੁਰੂ ਦਾ ਕਰਦਾ ਤੇ ਉਸ ਵੇਲੇ ਕਈ ਵਾਰ ਗ੍ਰੰਥਾਂ ਸ਼ਾਸਤਰਾਂ ਦੇ ਅੱਖਰ ਸੁਨਹਿਰੀ ਅੱਖਰਾਂ ਦੇ ਵਿੱਚ ਉਮੜ ਕਰਕੇ ਤੇ ਪ੍ਰਗਟ ਹੋ ਕਰਕੇ ਉਸ ਅਭਿਆਸੀ ਨੂੰ ਦਰਸ਼ਨ ਦਿੰਦੇ ਹਨ। ਤੇ ਇਹ ਸਾਧ ਸੰਗਤ ਜੀ ਮਹਾਂਪੁਰਖ ਥਰਡ ਪਰਸਨ ਦੇ ਵਿੱਚ ਕਿਸੇ ਬਾਰੇ ਗੱਲ ਕਰਦੇ ਕਿ ਅਭਿਆਸੀਆਂ ਦੇ ਜੀਵਨ ਵਿੱਚ ਇਸ ਤਰ੍ਹਾਂ ਹੁੰਦਾ, ਪਰ ਯਕੀਨਨ ਬਾਤ ਇਹ ਹੈ ਕਿਉਂਕਿ ਉਹ ਵਾਹਿਗੁਰੂ ਦੇ ਨੇੜੇ ਸੀ ਤੇ ਬਾਣੀ ਕਹਿੰਦੀ ਜਿਹੜੇ ਵਾਹਿਗੁਰੂ ਦੇ ਨੇੜੇ ਉਹ ਭੇਤ ਨਹੀਂ ਦਿੰਦੇ। ਇਸ ਕਰਕੇ ਉਸ ਬ੍ਰਹਮ ਨੇਸ਼ਟੀ ਬ੍ਰਹਮ ਸਰੋਤਰੀ ਮਹਾਤਮਾ ਨੇ ਅਸਲ ਦੇ ਵਿੱਚ ਆਪਣਾ ਹੀ ਅਨੁਭਵ ਸਾਂਝਾ ਕੀਤਾ। ਔਰ ਇਹ ਫਿਰ ਜਿਹੜੇ ਉਹਨਾਂ ਦੇ ਜੀਵਨ ਬਾਰੇ ਗ੍ਰੰਥ ਲਿਖੇ ਗਏ, ਜਿਸ ਤਰ੍ਹਾਂ ਗਿਆਨੀ ਪ੍ਰੀਤਮ ਸਿੰਘ ਜੀ ਨੇ ਗਿਆਨ ਕਿਰਨਾਂ ਲਿਖੀਆਂ, ਜਿਹੜੇ ਮੇਰੇ ਸਤਿਕਾਰਯੋਗ ਗਿਆਨੀ ਜੀਵਨਪਾਲ ਸਿੰਘ ਜੀ ਨੇ ਜਿਹਦਾ ਉਸ ਦਾ ਅਨੁਵਾਦ ਕੀਤਾ, ਤੇ ਉਹਦੇ ਵਿੱਚ ਲਿਖਿਆ ਆ ਕਿ ਮਹਾਂਪੁਰਖਾਂ ਨੂੰ ਇਸ ਤਰ੍ਹਾਂ ਗੀਤਾ ਦੇ ਸ਼ਲੋਕਾਂ ਦੇ ਦਰਸ਼ਨ ਉਸ ਵੇਲੇ ਹੋਏ। ਇਹੀ ਨਹੀਂ ਗੁਰੂ ਪਿਆਰਿਓ, ਗੁਰੂ ਸਵਾਰਿਓ, ਮਹਾਂਪੁਰਖਾਂ ਦਾ ਬਚਪਨ ਵੀ ਤੇ ਉਹ ਸਾਰਾ ਗੁਰਮਤਿ ਦੀ ਰੰਗਤ ਦੇ ਵਿੱਚ ਗੁਰਬਾਣੀ ਦੇ ਸਹਿਜ ਪਾਠ, ਫਿਰ ਮਹਾਂਪੁਰਖਾਂ ਦੀ ਸਤਸੰਗਤ ਕਰਨੀ, ਜਿਹੜੇ ਗੁਰੂ ਮਹਾਰਾਜ ਜੀ ਨੇ ਜਿਸ ਤਰ੍ਹਾਂ ਲਿਖਿਆ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ, ਤੇ ਜਿਸ ਤਰ੍ਹਾਂ ਮਹਾਂਪੁਰਖਾਂ ਦਾ ਜੀਵਨ ਹੁੰਦਾ ਹੀ ਆ, ਇਸ ਤਰ੍ਹਾਂ ਦਾ ਨਾਮ ਬਾਣੀ ਵਿੱਚ ਰੰਗਿਆ ਸੰਤ ਗਿਆਨੀ ਗੁਰਬਚਨ ਸਿੰਘ ਜੀ ਦਾ ਜੀਵਨ ਸੀ। ਸਾਧ ਸੰਗਤ ਜੀ, ਜਦੋਂ ਅੱਜ ਤੋਂ 100 ਸਾਲ ਪਹਿਲਾਂ, ਕਿਉਂਕਿ ਪੰਥ ਨੇ ਹੁਣ ਸ਼ਤਾਬਦੀ ਮਨਾਉਣੀ ਹੈ ਨਨਕਾਣਾ ਸਾਹਿਬ ਸ਼ਹੀਦੀ ਸਾਕੇ ਦੀ, ਸੰਤ ਗਿਆਨੀ ਗੁਰਬਚਨ ਸਿੰਘ ਜੀ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਗਏ ਸਨ ਸਾਕੇ ਤੋਂ ਕੁਝ ਸਮੇਂ ਮਗਰੋਂ। ਜਦੋਂ ਗਏ 1921 ਦੇ ਵਿੱਚ, ਹਿਰਦੇ ਦੇ ਵਿੱਚ ਐਸਾ ਬੀਰ ਰਸ ਸੀ ਤੇ ਉੱਥੇ ਜਾ ਕਰਕੇ ਵਿਰਾਗ ਪ੍ਰਗਟ ਹੋਇਆ। ਫਿਰ ਗੁਰਧਾਮਾਂ ਦੇ ਦਰਸ਼ਨ ਕਰਨ ਲੱਗ ਪਏ। ਬੀੜ ਬਾਬਾ ਬੁੱਢਾ ਸਾਹਿਬ ਜੀ, ਤਰਨਤਾਰਨ, ਝਬਾਲ ਸਾਰੇ ਹੋ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਫਿਰ 3 ਮਹੀਨੇ ਅਭਿਆਸ ਕੀਤਾ। ਉੱਥੇ ਇਹਨਾਂ ਨੂੰ ਅਭਿਆਸ ਮੂਲ ਮੰਤਰ ਦਾ ਸਿਮਰਨ ਭਜਨ ਕਰਦਿਆਂ ਕਰਦਿਆਂ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਹੋਏ। ਐਸੇ ਕਲਾਧਾਰੀ ਸਤਿਗੁਰੂ ਗਰੀਬ ਨਵਾਜ ਅੰਤਰਯਾਮੀ ਦੇ ਦਰਸ਼ਨ ਹੋਏ। ਐਸੇ ਪ੍ਰੇਮ ਵਿੱਚ ਲਿਪਟ ਗਏ। ਫਿਰ ਸਿਮਰਨ ਭਜਨ ਉਤੋਂ ਵੱਧਦਾ ਹੀ ਗਿਆ। ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਜੀ ਦੇ ਪਾਸ ਰਹੇ। 4 ਵਾਰ ਗੁਰਬਾਣੀ ਦੀਆਂ ਪਾਵਨ ਕਥਾ ਆਪ ਜੀ ਨੇ ਸਰਵਣ ਕੀਤੀਆਂ। ਇੱਕ ਵਾਰ ਦੀ ਗੱਲ ਆ, ਸੋ ਮਹਾਂਪੁਰਖ ਸੰਤ ਸੁੰਦਰ ਸਿੰਘ ਜੀ ਕਥਾ ਕਰ ਰਹੇ ਸਨ ਤੇ ਉਸ ਵੇਲੇ ਪੰਕਤੀ ਬਾਣੀ ਦੀ ਆਈ, ਨਿਮਖ ਨਾ ਬਿਸਰੋ ਹੀਏ ਮੋਰੇ ਤੇ ਬਿਸਰਤ ਜਾਈ ਹੋ ਮਰਤ। ਇਹ 529 ਅੰਗ ਤੇ ਗੁਰਬਾਣੀ ਦਾ ਪਾਵਨ ਸ਼ਬਦ ਹੈ। ਤੇ ਜਦੋਂ ਇੱਥੇ ਕਥਾ ਆਈ, ਪਾਠ ਵੀ ਐਸਾ ਕੋਈ ਬਹੁਤ ਕਠਿਨ ਮਹਿੰਗਾ ਨਹੀਂ ਆ। ਤੇ ਉਸ ਵੇਲੇ ਗੁਰੂ ਪਿਆਰਿਓ ਸੰਤ ਬਾਬਾ ਗੁਰਬਚਨ ਸਿੰਘ ਜੀ ਹਾਲੇ ਨੌਜਵਾਨ ਹਨ ਤੇ ਪਾਠੀ ਦੇ ਰੂਪ ਦੇ ਵਿੱਚ ਹਨ। ਤੇ ਮਹਾਂਪੁਰਖ ਕਥਾ ਕਰਦੇ ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਅਟਕ ਜਾਂਦੇ। ਉਸ ਵੇਲੇ ਸੰਗਤਾਂ ਦੇ ਮਨ ਵਿੱਚ ਸ਼ਾਇਦ ਕਿਸੇ ਦੇ ਫੁਰਨਾ ਆਇਆ ਹੋਵੇ ਕਿ ਸ਼ਾਇਦ ਇਹ ਵਿਦਿਆਰਥੀ ਪਾਠ ਦੇ ਵਿੱਚ ਅਟਕ ਗਿਆ, ਤੇ ਸੰਤ ਬਾਬਾ ਸੁੰਦਰ ਸਿੰਘ ਜੀ ਨੇ ਉਸ ਵੇਲੇ ਬੜਾ ਸੁੰਦਰ ਬਚਨ ਸਰਵਣ ਕਰਵਾਇਆ ਕਿ ਨਹੀਂ, ਇਸ ਤਰ੍ਹਾਂ ਨਹੀਂ, ਇਹ ਗਿਆਨੀ ਜੀ, ਗਿਆਨੀ ਗੁਰਬਚਨ ਸਿੰਘ ਜੀ ਇਹ ਪਾਠ ਵਿੱਚ ਨਹੀਂ ਅਟਕੇ, ਬਲ ਕਰਕੇ ਕਲੋ ਮਸਾਜਨੀ ਕਿਆ ਸਦਾਈਏ ਹਿਰਦੇ ਹੀ ਲਿਖ ਲੇ ਹੋ। ਇਹ ਤੇ ਆਪਣੇ ਹਿਰਦੇ ਦੇ ਉੱਪਰ ਸੋ ਇਹ ਬਾਣੀ ਦੀਆਂ ਪਾਵਨ ਪੰਕਤੀਆਂ ਨੂੰ ਲਿਖ ਰਹੇ ਹਨ। ਭਾਵ ਸਰਵਣ ਮੰਨਣ ਨਿਧਿਆਸਨ ਸੁਣਿਆ ਮੰਨਿਆ ਮਨ ਕੀਤਾ ਭਾਵ ਵਾਲਾ ਉਹ ਅਨੁਭਵ ਕਰ ਰਿਹਾ। ਇਸ ਤਰ੍ਹਾਂ ਗੁਰੂ ਪਿਆਰੇ ਉਹਨਾਂ ਦੀਆਂ ਜੀਵਨ ਦੀਆਂ ਕਿਤਨੀਆਂ ਘਟਨਾਵਾਂ ਆਪ ਜੀ ਨੂੰ ਸਰਵਣ ਕਰਵਾਈਏ। ਮਹਾਂਪੁਰਖਾਂ ਦੀ ਮਹਿਮਾ ਸੰਤ ਲੋਕ ਇੰਨੇ ਗੁਣੀ ਜਨ ਵਿਦਵਾਨ ਕਰਦੇ ਸਨ। ਡਾਕਟਰ ਧਰਮਾਨੰਦ ਜੀ ਜਿਹੜੇ ਇੱਥੇ UK ਦੇ ਵਿੱਚ ਪੜ੍ਹਾਈ ਕਰਨ ਵਾਸਤੇ ਉਹਨਾਂ ਜ਼ਮਾਨਿਆਂ ਦੇ ਵਿੱਚ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਨੇ ਭੇਜੇ ਸਨ। ਉਹਨਾਂ ਨੇ ਕਿਸੇ ਯੂਨੀਵਰਸਿਟੀ ਦੇ ਪ੍ਰੋਗਰਾਮ ਤੇ ਇਹਨਾਂ ਦੀ ਕਥਾ ਸਰਵਣ ਕੀਤੀ ਤੇ ਮਗਰੋਂ ਆਪਣੇ ਭਾਸ਼ਣ ਤਕਰੀਰ ਦੇ ਵਿੱਚ ਸੰਤ ਗੁਰਬਚਨ ਸਿੰਘ ਜੀ ਮੁਤਲਕ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਸਾਧ ਆ, ਇਸ ਦੀ ਕਥਾ ਦੇ ਇੱਕ ਇੱਕ ਸ਼ਬਦ ਦੇ ਵਿੱਚ ਵੇਦਾਂ ਤੇ ਉਪਨਿਸ਼ਦਾਂ ਦੇ ਗਿਆਨ ਦਾ ਸਾਰ ਹੈ। ਔਰ
ਉਹ ਐਸੇ ਖਾਲਸਾ ਮਹਾਂਪੁਰਸ਼ ਸਨ, ਉਹਨਾਂ ਨੂੰ ਤਮਾਮ ਅਨਮਤ ਦਾ ਗਿਆਨ ਹੋਣ ਦੇ ਬਾਵਜੂਦ ਵੀ ਉਹ ਗੁਰਮਤ ਨੂੰ ਐਸੀ ਪਹਿਲ ਦਿੰਦੇ ਸਨ। ਇੱਥੇ ਕੋਈ ਵੀ ਪਖੰਡੀ, ਦੰਭੀ ਜਾਂ ਨਕਲੀ ਗੁਰੂ ਡੰਮ ਵਾਲੇ ਸਨ। ਮਹਾਂਪੁਰਖ ਪ੍ਰਚਾਰ ਦੇ ਬਲ ਦੇ ਨਾਲ, ਜਿਸ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਤਨਾਮ ਦੇ ਖੰਡੇ ਦੇ ਨਾਲ, ਪ੍ਰਚਾਰ ਪ੍ਰਸਾਰ ਦੇ ਨਾਲ ਸੋ ਸਿੱਖੀ ਦਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਇਸ ਤਰ੍ਹਾਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਮਾਰਗ ਦੇ ਸੇਵਾਦਾਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਨੇ ਪ੍ਰਚਾਰ ਦੇ ਬਲ ਦੇ ਨਾਲ ਰਾਧਾ ਸਵਾਮੀਆਂ ਤੇ ਹੋਰ ਜਿਤਨੇ ਵੀ ਦੰਭੀ ਪਖੰਡੀ ਸੀ, ਡਟ ਕਰਕੇ ਪ੍ਰਚਾਰ ਕਰਕੇ ਤੇ ਉਹਨਾਂ ਨਾਲ ਮੁਕਾਬਲਾ ਕਰਦੇ ਸਨ। ਜਿੱਥੇ ਹਿੰਦੂ ਸਨਾਤਨ ਜਗਤ ਦੇ ਜਿਹੜੇ ਮਹਾਂਪੁਰਖ ਸਨ ਜਾਂ ਗੁਣੀ ਜਨ ਸਨ, ਉਹ ਇਸ ਤਰ੍ਹਾਂ ਯਤਨ ਕਰਦੇ ਸੀ ਕਿ ਸਿੱਖੀ ਨੂੰ ਨੀਵਾਂ ਵਿਖਾਉਣਾ, ਤੇ ਮਹਾਂਪੁਰਖ ਹਮੇਸ਼ਾ ਪੰਜ ਕਕਾਰੀ ਰਹਿਤ ਤੇ ਸਤਿਗੁਰੂ ਜੀ ਦੇ ਦਰਸਾਏ ਹੋਏ ਖਾਲਸਾ ਮਾਰਗ ਨੂੰ ਹੀ ਸ੍ਰੇਸ਼ਟ ਜਾਣਦੇ ਸਨ। ਅਸਲ ਦੇ ਵਿੱਚ ਮੈਂ ਸਮਾਪਤੀ ਇੱਥੇ ਕਰਾਂਗਾ, ਕਿਉਂਕਿ ਬਾਕੀ ਤੇ ਉਹਨਾਂ ਦਾ ਜੀਵਨ ਤੁਸੀਂ ਗਿਆਨ ਕਿਰਨਾ, ਖਾਲਸਾ ਵਿਚਿੱਤਰ ਜੀਵਨ, ਖਾਲਸਾ ਜੀਵਨ ਜੋ ਸੰਤ ਗਿਆਨੀ ਕਰਤਾਰ ਸਿੰਘ ਜੀ ਮਹਾਂਪੁਰਖ ਉਹਨਾਂ ਦੇ ਉੱਤਰਾਧਿਕਾਰੀ ਜੀ ਨੇ ਲਿਖਿਆ ਹੈ, ਤੇ ਤੁਸੀਂ ਉਹਦੇ ਵਿੱਚੋਂ ਪ੍ਰਾਪਤ ਕਰ ਸਕਦੇ ਆ। ਮਹਾਂਪੁਰਖਾਂ ਨੂੰ ਸੰਤ ਬਾਬਾ ਸੁੰਦਰ ਸਿੰਘ ਜੀ ਨੇ 3 ਬਚਨ ਦਿੱਤੇ ਸੀ। ਇੱਕ, ਰਹਿਤ ਮਰਿਆਦਾ ਰੱਖਣੀ, ਔਰ ਰਹਿਤ ਮਰਿਆਦਾ ਤੇ ਮਹਾਂਪੁਰਖ ਐਸੀ ਤਵੱਜੋ ਤਰਜੀਹ ਦੇ ਨਾਲ, ਕਿਉਂਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੇ, ਸਿੱਖ ਪਿਆਰਾ ਨਾਹੇ ਮਮ ਰਹਿਤ ਪਿਆਰੀ ਆਹੇ। ਇਸ ਤਰ੍ਹਾਂ ਰਹਿਤ ਤੇ ਉਹ ਧਾਰਨੀ ਸਨ। ਪੰਜ ਕਕਾਰ ਕਦੇ ਵੀ ਵਿਸਰ ਜਾਣ ਜਾਂ ਫਿਰ ਕੋਈ ਛੋਟੀ ਮੋਟੀ ਗੱਲ ਵੀ ਹੋ ਜਾਵੇ, ਉਸੇ ਵੇਲੇ ਸਿੰਘਾਂ ਪਾਸੋਂ ਅਰਦਾਸ ਕਰਵਾਉਣੀ, ਸਦਾਈ ਕਰਾਉਣੀ। ਦੱਸੋ ਅੱਜ ਹੈ ਕੋਈ ਐਸਾ ਸਿੱਖ ਜਗਤ ਦੇ ਵਿੱਚ ਮਹਾਂਪੁਰਖ ਜਿਹੜਾ ਆਪਣੇ ਜਥੇ ਦੇ ਸਿੰਘਾਂ ਨੂੰ ਕਵੇ ਕਿ ਤੁਸੀਂ ਤਿਆਰ ਬਰ ਤਿਆਰ ਹੋ ਤੇ ਤੁਹਾਡੇ ਵਿੱਚੋਂ 5 ਸਿੰਘ ਮੇਰੇ ਵਾਸਤੇ ਅਰਦਾਸ ਕਰਨ? ਮੇਰੇ ਦੇਖਣ ਦੇ ਵਿੱਚ ਬਹੁਤ ਘੱਟ ਇਸ ਤਰ੍ਹਾਂ ਹੋਇਆ ਹੈ। ਪਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖ ਐਸੇ ਹੀ ਮਹਾਂਪੁਰਖ ਸਨ ਜਿਨ੍ਹਾਂ ਨੇ ਖਾਲਸਾ ਮਰਿਆਦਾ ਨੂੰ ਤਰਜੀਹ ਦਿੱਤੀ ਤੇ ਪਹਿਲ ਦਿੱਤੀ। ਮਾਫ ਕਰਨਾ, ਅੱਜ ਅਸੀਂ ਬਹੁਤ ਨੌਜਵਾਨਾਂ ਦੇ ਵਿੱਚ ਸ਼ੌਂਕ ਪੈਦਾ ਕਰ ਰਹੇ ਹਾਂ ਵਿਦਾਂਤ ਦਾ ਤੇ ਫਿਲਾਸਫੀ ਦਾ, ਪਰ ਅਸੀਂ ਕਿਤੇ ਨਾ ਕਿਤੇ ਸਿੱਖੀ ਦੀ ਮੂਲ ਤੇ ਮੁੱਖ ਧਾਰਾ ਤੋਂ ਦੂਰ ਹੁੰਦੇ ਜਾ ਰਹੇ ਹਾਂ, ਤੇ ਇਸ ਦਾ ਫਲਸਰੂਪ ਇਹ ਆ ਕਿ ਸਾਡੀ ਨਵੀਂ ਪੀੜ੍ਹੀ, ਮੇਰੀ ਆਪਣੀ ਪੀੜ੍ਹੀ, ਉਹ ਸਿੱਖੀ ਤੋਂ ਦੂਰ ਹੁੰਦੀ ਜਾ ਰਹੀ ਆ। ਕਿਉਂਕਿ ਸਤਿਗੁਰਾਂ ਦੇ ਉਪਦੇਸ਼ ਤੋਂ ਬਿਨਾਂ ਕੋਈ ਚਾਨਣ ਨਹੀਂ, ਘੁੱਪ ਹਨੇਰਾ ਹੀ ਆ, ਨਰਕ ਕੋ ਰਹੀ ਆ। ਔਰ ਮਹਾਂਪੁਰਖਾਂ ਨੇ ਆਪਣੇ ਜੀਵਨ ਦੇ ਵਿੱਚ ਰਹਿਤ ਮਰਿਆਦਾ ਨੂੰ ਧਾਰਨ ਕਰਕੇ ਇਹ ਜਿਹੜਾ ਪੂਰੇ ਜਗਤ ਦੇ ਵਿੱਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਸੱਚ ਤੇ ਸੁੱਚ ਦਾ ਸੁਮੇਲ ਹੈ, ਦੇਖੋ ਸੁੱਚਮ ਕਿਤਨੀ ਰੱਖਦੇ ਸਨ। 25 ਸੇਰ ਰੇਤੇ ਦੇ ਨਾਲ ਉਹ ਆਪਣੇ ਹੱਥ ਸਵੱਛ ਕਰਦੇ ਸਨ, ਮਾਂਜਦੇ ਸਨ ਅੰਮ੍ਰਿਤ ਵੇਲੇ। ਔਰ ਇਸ ਸਮੇਂ ਦੇ ਵਿੱਚ ਉਹ ਕੰਠੋਂ ਸੁਰਤੀ ਦੇ ਨਾਲ ਪੰਜ ਗ੍ਰੰਥੀ ਦਾ ਨਿਤਨੇਮ ਇਸ਼ਨਾਨ ਕਰਦੇ ਔਰ ਹੱਥਾਂ ਨੂੰ ਇਸ ਢੰਗ ਦੇ ਨਾਲ ਸੋਧਦੇ ਹੋਏ ਉਹ ਸਿਮਰਦੇ ਸਨ। ਤੇ ਗੁਰੂ ਪਿਆਰਿਓ, ਗੁਰੂ ਸਵਾਰਿਓ, ਦੂਸਰਾ ਬਚਨ ਸੰਤ ਬਾਬਾ ਸੁੰਦਰ ਸਿੰਘ ਜੀ ਦਾ ਸੀ ਕਿ ਤੁਸਾਂ ਵਿਦਿਆ ਨੂੰ ਪੜ੍ਹਨਾ ਤੇ ਪੜ੍ਹਾਉਣਾ। ਔਰ ਵਿਦਿਆ ਕਿਤਨੀ ਪੜ੍ਹਾਈ ਉਹ ਤੇ ਆਪਣੇ ਸਾਹਮਣੇ ਮਿਸਾਲ ਹੈ। ਕੋਈ ਗ੍ਰੰਥ ਮਹਾਂਪੁਰਖਾਂ ਦੀਆਂ ਅੱਖਾਂ ਤੋਂ ਪਰੇ ਨਹੀਂ ਸੀ, ਸਭ ਕੁਝ ਉਹਨਾਂ ਨੇ ਪੜ੍ਹਿਆ ਸੀ, ਉਹਨਾਂ ਨੂੰ ਕੰਠਸਥ ਸੀ। ਔਰ ਵਿਵੇਕ ਬੁੱਧੀ ਤੇ ਐਸੀ ਸੀ ਕਿ ਜਿਹੜਾ ਗੁਰੂ ਜਸ ਤੇ ਗੁਰੂ ਮਹਿਮਾ ਦੇ ਨਾਲ ਭਰਿਆ ਹੋਇਆ, ਔਰ ਗੁਰਬਾਣੀ ਤੇ ਕਸਵੱਟੀ ਤੇ ਉਤਰਨ ਵਾਲਾ ਜਿਹੜਾ ਇਤਿਹਾਸ ਆ, ਉਹਨੂੰ ਬੇਬਾਕੀ ਨਿਧੜਕਤਾ ਤੇ ਅਥਾਹ ਸ਼ਰਧਾ ਦੇ ਨਾਲ। ਨਹੀਂ ਤੇ ਜਦੋਂ ਮਨੁੱਖ ਇਤਨਾ ਗਿਆਨਵਾਨ ਹੋ ਜਾਵੇ ਤੇ ਸ਼ਰਧਾ ਘਟ ਜਾਂਦੀ ਹੈ। ਐਸਾ ਉਹਨਾਂ ਦੇ ਅੰਦਰ ਸ਼ਰਧਾ ਦਾ ਸਾਗਰ ਸੀ, ਕਿਉਂਕਿ ਕਥਾ ਉਹਨਾਂ ਦਾ ਰਿਜਕ ਜਾਂ ਉਹਨਾਂ ਦੀ ਕਿਰਤ ਨਹੀਂ ਸੀ, ਕਥਾ ਉਹਨਾਂ ਦੀ ਭਗਤੀ ਸੀ। ਉਹ ਜਿਸ ਤਰ੍ਹਾਂ ਅਸੀਂ ਸੁਣਦੇ ਨਾ ਭਗਤੀ ਦੇ 9 ਪ੍ਰਕਾਰ, ਸਰਵਣ ਸਿਮਰਨ ਕੀਰਤਨ ਪਾਦ ਸੇਵ ਅਰਚਾਨ ਦਾਸਾ ਸਖਪਨ ਬੰਦਨਾ ਸਰਬ ਨਿਵੇਦਨ ਜਾਨ। ਕੀਰਤਨ ਗਾਉਣ ਦਾ ਨਾਮ ਨਹੀਂ, ਕੀਰਤੀ ਦਾ ਨਾਮ ਹੈ, ਤੇ ਕਥਾ ਭਗਤੀ ਵੀ ਕੀਰਤਨ ਭਗਤੀ ਹੈ। ਇਸ ਕਰਕੇ ਕਲਯੁਗ ਮੈਂ ਕੀਰਤਨ ਪ੍ਰਦਾਨਾ, ਉਹਨਾਂ ਨੇ ਇਹ ਕਥੜੀਆਂ ਸੰਤਾਹ ਤੇ ਸਿਖਾਊ ਪੰਦੀਆਂ ਇਹ ਕਥਾ ਦੀ ਵਿਚਾਰ ਕੀਤੀ, ਪੜ੍ਹੀ ਤੇ ਪੜ੍ਹਾਈ। ਔਰ ਤੀਸਰਾ ਮਹਾਂਪੁਰਖਾਂ ਨੂੰ ਬਚਨ ਇਹ ਹੋਇਆ ਸੀ ਕਿ ਸਰੀਰ ਦੀ ਕਸਰਤ ਕਰਨੀ। ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਆਪ ਇਹ ਦੱਸਿਆ ਕਰਦੇ ਸਨ ਵਿਦਿਆਰਥੀਆਂ ਨੂੰ ਜਾਂ ਨੇੜਲੇ ਸਿੰਘਾਂ ਨੂੰ ਕਿ ਕਸਰਤ ਸਾਡੇ ਪਾਸੋਂ ਨਹੀਂ ਹੋਈ। ਕਸਰਤ ਭਾਵ ਸਰੀਰ ਦੀ ਜਿਹੜੀ ਐਕਸਰਸਾਈਜ਼ ਆ, ਇਸ ਕਰਕੇ ਅੰਤ ਵੇਲੇ ਤੱਕ ਸਰੀਰ ਤੇ ਕਾਫੀ ਕਸ਼ਟ ਵੀ ਉਹਨਾਂ ਦੇ ਰਿਹਾ। ਤੇ ਇੱਕ ਹੋਰ ਬਚਨ ਸੀ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਜੀ ਦਾ, ਜਿਹੜਾ ਅਸੀਂ ਆਪਣੇ ਜੀਵਨ ਦੇ ਵਿੱਚ ਵੇਖ ਸਕਦੇ ਹਾਂ ਉਹਦੀ ਘਾਟ ਕਰਕੇ ਕਿ ਇਸ ਤਰ੍ਹਾਂ ਸਾਨੂੰ ਬਹੁਤ, ਕਿਉਂਕਿ ਦੇਖੋ ਜਿੱਦਾਂ ਦਾ ਸਮਾਂ ਚੱਲ ਰਿਹਾ, ਇਕੱਲੇ ਰਹਿਣਾ
ਤੇ ਇਕੱਲਿਆਂ ਹੀ ਸਭ ਕੁਝ ਕਰਨਾ, ਸਤਸੰਗਤ ਦੇ ਨਾਲ ਉਹ ਇਕੱਲੇ ਬੈਠਣਾ, ਇਕੱਲੇ ਪਾਠ ਕਰਨਾ ਇਤਿਆਦਿਕ, ਅਸੀਂ ਇਸ ਨੂੰ ਤਵੱਜੋ ਦੇਣ ਲੱਗ ਪਏ ਹਾਂ। ਲੇਕਿਨ ਮਹਾਂਪੁਰਖਾਂ ਦਾ ਜੀਵਨ ਇਸ ਤਰ੍ਹਾਂ ਦਾ ਸੀ ਕਿ ਸੰਤ ਬਾਬਾ ਸੁੰਦਰ ਸਿੰਘ ਜੀ ਨੇ ਭਜਨ ਕੀਤਾ ਸੀ, ਤੁਸੀਂ ਇਕੱਲਿਆਂ ਰਹਿਣਾ ਨਹੀਂ, ਹਮੇਸ਼ਾ ਸਿੰਘਾਂ ਦੇ ਪਹਿਰੇ ਦੇ ਨਾਲ, ਸਿੰਘਾਂ ਦੀ ਸੰਗਤ ਦੇ ਨਾਲ ਤੁਸੀਂ ਰਹਿਣਾ। ਇਸ ਕਰਕੇ 5-10 ਸਿੰਘ ਹਮੇਸ਼ਾ ਮਹਾਂਪੁਰਖਾਂ ਦੇ ਨਾਲ ਸਨ। ਗੁਰੂ ਪਿਆਰਿਓ, ਇਹ ਤੇ ਉਹਨਾਂ ਮਹਾਂਪੁਰਖਾਂ ਦੇ ਜੀਵਨ ਦੇ ਵਿੱਚੋਂ ਸਿਰਫ ਕੁਝ ਮੈਂ ਘਟਨਾਵਾਂ ਸਾਂਝੀਆਂ ਕੀਤੀਆਂ। ਮੈਂ ਮਾਫੀ ਚਾਹੁੰਦਾ ਕਿ ਯਤਨ ਕੀਤਾ ਕੁਝੇ ਵਿੱਚ ਸਮੁੰਦਰ ਨੂੰ ਬੰਦ ਕਰਨ ਦਾ, ਪਰ ਇਤਨਾ ਮਹਾਂਪੁਰਖਾਂ ਦਾ ਜੀਵਨ ਅਗਾਧ ਬੋਧ ਹੈ, ਮਹਿਮਾ ਕਥੀ ਨਹੀਂ ਜਾ ਸਕਦੀ। ਇਸ ਕਰਕੇ ਇਤਨੀ ਹਾਜ਼ਰੀ ਪ੍ਰਵਾਨ ਕਰਨੀ ਭੁੱਲਦੇ ਹਾਂ, ਬਹੁਤ ਸਾਰੀਆਂ ਭੁੱਲਾਂ ਚੁੱਕਾਂ ਹੋ ਗਈਆਂ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
काल तू ही काल तू ही काल तू ही काल 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 तू ही काल ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਸਭ ਸੰਗਤਾਂ ਪਿਆਰ ਸਤਿਕਾਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੌਮ ਦੀ ਮਹਾਨ ਹਸਤੀ ਪਵਿੱਤਰ ਆਤਮਾ ਪਰਉਪਕਾਰੀ ਦਮਦਮੀ ਟਕਸਾਲ ਦੇ 12ਵੇਂ ਮੁਖੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਿਨ੍ਹਾਂ ਦਾ ਜਨਮ ਦਿਹਾੜਾ ਆ ਰਿਹਾ ਹੈ, ਉਹਨਾਂ ਮਹਾਂਪੁਰਖਾਂ ਨੇ ਕੌਮ ਦੀ, ਪੰਥ ਦੀ, ਸਿੱਖੀ ਦੀ, ਧਰਮ ਦੀ, ਮਾਨਵਤਾ ਦੀ ਬਹੁਤ ਵੱਡੀ ਸੇਵਾ ਕੀਤੀ।
ਆਪਣੇ ਨਾਲ 150-200 ਦੇ ਕਰੀਬ ਸਿੰਘਾਂ ਨੂੰ ਰੱਖ ਕੇ ਪੂਰੇ ਹਿੰਦੁਸਤਾਨ ਦੇ ਵਿੱਚ ਨਗਰਾਂ ਵਿੱਚ ਸ਼ਹਿਰਾਂ ਵਿੱਚ ਮਹਾਨ ਗੁਰਮਤਿ ਗੁਰਸਿੱਖੀ ਦਾ ਪ੍ਰਚਾਰ ਕੀਤਾ ਅਤੇ ਨਾਲ ਗੁਰਮਤਿ ਦੀ ਵਿਦਿਆ ਪੜ੍ਹਾਈ, ਬੇਅੰਤ ਪ੍ਰਾਣੀਆਂ ਨੂੰ ਅੰਮ੍ਰਿਤ ਵੀ ਛਕਾਇਆ। ਹਜ਼ਾਰਾਂ ਸ਼ੁੱਧ ਪਾਠੀ ਬਣਾਏ, ਗ੍ਰੰਥੀ ਸਿੰਘ ਬਣਾਏ, ਸੈਂਕੜੇ ਗੁਰਸਿੱਖੀ ਦੇ ਪ੍ਰਚਾਰਕ ਪੈਦਾ ਕੀਤੇ, ਦਰਜਨਾਂ ਉਹ ਮਹਾਨ ਵਿਦਵਾਨ ਪੈਦਾ ਕੀਤੇ ਜਿਨ੍ਹਾਂ ਨੇ ਆਪਣੇ ਸਮੇਂ ਦੇ ਅੰਦਰ ਤਖਤ ਸਾਹਿਬਾਨਾਂ ਤੇ ਧਾਰਮਿਕ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਬਤੌਰ ਮੁੱਖ ਗ੍ਰੰਥੀ ਦਰਬਾਰ ਸਾਹਿਬ ਦੀ ਸੇਵਾ ਨਿਭਾਈ। ਉਹਨਾਂ ਮਹਾਂਪੁਰਖਾਂ ਦੇ ਜਥੇ ਨੂੰ ਚਲਦੀ ਫਿਰਦੀ ਸਿੱਖ ਯੂਨੀਵਰਸਿਟੀ ਆਖਿਆ ਜਾਂਦਾ ਸੀ। ਪੰਥ ਦੇ ਲੀਡਰ ਜਦੋਂ ਵੀ ਦਰਬਾਰ ਸਾਹਿਬ, ਸਿੰਘ ਸਾਹਿਬ ਜਾਂ ਕਥਾਵਾਚਕ ਗ੍ਰੰਥੀ ਸਿੰਘ ਰੱਖਣਾ ਹੁੰਦਾ ਸੀ ਤੇ ਮਹਾਂਪੁਰਖਾਂ ਦੇ ਪਾਸ ਸੁਨੇਹਾ ਭੇਜਦੇ ਸਨ ਤੇ ਮਹਾਂਪੁਰਖ ਟਕਸਾਲ ਦੇ ਵਿਦਿਆਰਥੀਆਂ ਨੂੰ ਉੱਥੇ ਸੇਵਾ ਲਈ ਭੇਜਦੇ। ਇਸ ਢੰਗ ਦੇ ਨਾਲ ਮਹਾਂਪੁਰਖਾਂ ਨੇ ਕੌਮ ਦੀ, ਪੰਥ ਦੀ ਮਹਾਨ ਸੇਵਾ ਕੀਤੀ। ਮਹਾਂਪੁਰਖਾਂ ਦਾ ਜਨਮ ਕਲਗੀਧਰ ਪਾਤਸ਼ਾਹ ਦੇ ਬਚਨਾਂ ਦੇ ਨਾਲ ਹੋਇਆ ਸੀ। ਉਹਨਾਂ ਦਾ ਜਨਮ ਨਗਰ ਪਿੰਡ ਅਖਾੜਾ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ ਹੈ। ਉਸ ਨਗਰ ਦੇ ਵਿੱਚ ਪਹਿਲਾਂ ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਦੋ ਜਹਾਨ ਵਾਲੀ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਚਰਨ ਪਾਏ, ਜਿਨ੍ਹਾਂ ਦੀ ਯਾਦ ਵਿੱਚ ਬਾਹਰ ਸਰੋਵਰ ਤੇ ਸੁੰਦਰ ਅਸਥਾਨ ਬਣਿਆ ਹੋਇਆ ਹੈ। ਉਸ ਥਾਂ ਤੇ ਕਲਗੀਧਰ ਪਾਤਸ਼ਾਹ ਨੇ ਚਰਨ ਪਾਏ। ਇਲਾਕੇ ਦੀਆਂ ਸੰਗਤਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਸੀਂ ਇਸ ਇਲਾਕੇ ਦੇ ਵਿੱਚ ਵੀ ਚਰਨ ਪਾਓ। ਅਖਾੜੇ ਦੀ ਸੰਗਤ ਨੇ ਵੀ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸਤਿਗੁਰੂ ਸਾਡੇ ਨਗਰ ਵਿੱਚ ਵੀ ਚਰਨ ਪਾਓ। ਉਸ ਵੇਲੇ ਮਹਾਂਪੁਰਖਾਂ ਦੇ ਖਾਨਦਾਨ ਵਿੱਚੋਂ ਮਾਤਾ ਸੇਵੀ ਜੀ ਅਤੇ ਬਾਬਾ ਆਕਲ ਜੀ, ਉਹਨਾਂ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਕੀਤੀ। ਕਾੜ੍ਹਨੀ ਵਿੱਚੋਂ ਸਣੇ ਮਲਾਈ ਦੁੱਧ ਲੈ ਕੇ ਵਿੱਚ ਖੰਡ ਮਿਲਾ ਕੇ ਕਲਗੀਧਰ ਪਾਤਸ਼ਾਹ ਨੂੰ ਛਕਾਇਆ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪ੍ਰਸੰਨਤਾ ਲਈ ਤੇ ਸਤਿਗੁਰੂ ਨੇ ਬਚਨ ਕੀਤਾ, ਤੁਹਾਡੀ ਕੁਲ ਵਿੱਚ ਇੱਕ ਉਹ ਮਹਾਂਪੁਰਖ ਪੈਦਾ ਹੋਵੇਗਾ ਜਿਹੜਾ ਸਿੱਖੀ ਦਾ ਨਾਮ ਰੌਸ਼ਨ ਕਰੇਗਾ, ਪੰਥ ਦੀ ਮਹਾਨ ਸੇਵਾ ਕਰੇਗਾ, ਉਹ ਪੰਥ ਦਾ ਧਰੁਵ ਤਾਰਾ ਹੋਵੇਗਾ। ਸਮਾਂ ਪਾ ਕੇ 1902 ਈਸਵੀ ਨੂੰ ਫੱਗਣ ਦੀ ਸੰਗਰਾਂਦ, ਮਾਘ ਦੀ ਪੁੰਨਿਆ, ਅੰਮ੍ਰਿਤ ਵੇਲੇ 2:15 ਵਜੇ ਦੇ ਕਰੀਬ ਸਤਿਕਾਰਯੋਗ ਪਿਤਾ ਬਾਬਾ ਰੂੜ ਸਿੰਘ ਜੀ, ਸਤਿਕਾਰਯੋਗ ਮਾਤਾ ਆਨੰਦ ਕੌਰ ਜੀ ਦੇ ਗ੍ਰਹਿ ਵਿਖੇ ਮਹਾਂਪੁਰਖਾਂ ਨੇ ਆਗਮਨ ਕੀਤਾ ਅਤੇ ਜਿਹੜੀ ਗੁੜਤੀ ਸੀ ਉਹ ਮਹਾਂਪੁਰਖਾਂ ਦੇ ਤਾਇਆ ਜੀ ਸਨ ਬਾਬਾ ਕਾਹਨ ਸਿੰਘ ਜੀ, ਉਹਨਾਂ ਨੇ ਗੁੜਤੀ ਦਿੱਤੀ। ਜਪਜੀ ਸਾਹਿਬ ਜੀ ਦਾ ਸੰਪੂਰਨ ਪਾਠ ਕਰਕੇ 5 ਬੂੰਦਾਂ ਕਿਰਪਾਨ ਦੇ ਨਾਲ ਮਹਾਂਪੁਰਖਾਂ ਦੇ ਮੁਖ ਵਿੱਚ ਪਾਈਆਂ ਤੇ ਬਾਕੀ ਮਾਤਾ ਜੀ ਨੂੰ ਉਹ ਅੰਮ੍ਰਿਤ ਛਕਾ ਦਿੱਤਾ। ਇਸ ਢੰਗ ਦੇ ਨਾਲ ਧਾਰਮਿਕ ਰਸਮ ਪੂਰੀ ਕੀਤੀ ਗਈ। ਫਿਰ ਉਸ ਤੋਂ ਬਾਅਦ ਛੋਟੀ ਉਮਰ ਦੇ ਵਿੱਚ ਮਾਤਾ ਜੀ ਚੜ੍ਹਾਈ ਕਰ ਜਾਂਦੇ ਹਨ। ਫਿਰ ਉਹਨਾਂ ਦੇ ਦਾਦੀ ਜੀ ਨੇ, ਮਾਤਾ ਰਾਜ ਕੌਰ ਜੀ ਨੇ ਉਹਨਾਂ ਦੀ ਪਰਵਰਿਸ਼ ਕੀਤੀ। ਕੁਝ ਸਮਾਂ ਭੂਆ ਜੀ ਮਾਤਾ ਸਾਹਿਬ ਕੌਰ ਕਿਸ਼ਨਪੁਰੇ ਵਾਲੇ ਸਨ, ਉਹਨਾਂ ਨੇ ਵੀ ਮਹਾਂਪੁਰਖਾਂ ਨੂੰ ਆਪਣੇ ਪਾਸ ਰੱਖ ਕੇ ਵਿਦਿਆ ਪੜ੍ਹਾਈ। ਫਿਰ ਸਮਾਂ ਪਾ ਕੇ ਆਪਣੇ ਨਗਰ ਵਿੱਚ ਆਪਣੇ ਪਿਤਾ ਬਾਬਾ ਰੂੜ ਸਿੰਘ ਜੀ ਦੇ ਨਾਲ ਖੇਤੀਬਾੜੀ ਵਿੱਚ ਹੱਥ ਵੰਡਾਇਆ। ਫਿਰ 1919 ਦੇ ਵਿੱਚ ਇੱਕ ਉੱਥੇ ਮਹਾਨ ਗੁਰਮਤਿ ਸਮਾਗਮ ਹੋਇਆ। ਉਸ ਦੇ ਵਿੱਚ ਸੱਚਖੰਡ ਵਾਸੀ ਪੰਥ ਰਤਨ
ਸ਼੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆਏ। ਉਹਨਾਂ ਦੇ ਮੁਖਾਰਬਿੰਦ ਤੋਂ ਮਹਾਂਪੁਰਖਾਂ ਨੇ ਕਥਾ ਸਰਵਣ ਕੀਤੀ। ਇਹ ਹੁਕਮਨਾਮਾ ਆਇਆ ਸੀ। ਜੈ ਸ੍ਰੀ ਰਾਗ ਦੀ ਵਾਰ ਦਾ ਪਹਿਲਾ ਸ਼ਲੋਕ, ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਇਸ ਪਾਵਨ ਸ਼ਬਦ ਦੀ ਕਥਾ ਸੁਣ ਕੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਵੱਡੇ ਮਹਾਂਪੁਰਖਾਂ ਦੇ ਫੈਨ ਹੋ ਗਏ ਅਤੇ ਫਿਰ ਉਹਨਾਂ ਨੂੰ ਬੇਨਤੀ ਕੀਤੀ, ਮਹਾਂਪੁਰਖੋ ਮੇਰੇ 'ਤੇ ਕਿਰਪਾ ਕਰੋ, ਮੈਨੂੰ ਨਾਮ ਦਾ ਦਾਨ ਬਖਸ਼ੋ। ਮਹਾਂਪੁਰਖਾਂ ਨੇ ਆਖਿਆ, ਤੁਸੀਂ 5 ਪਿਆਰਿਆਂ ਤੋਂ ਅੰਮ੍ਰਿਤ ਛਕੋ। ਇਕੱਲਾ ਕੋਈ ਵੀ ਵਿਅਕਤੀ ਨਾਮ ਨਹੀਂ ਦੇ ਸਕਦਾ। ਮਹਾਂਪੁਰਖਾਂ ਨੇ ਆ 5 ਪਿਆਰਿਆਂ ਦੇ ਵਿੱਚ ਲਾ ਕੇ ਮਹਾਂਪੁਰਖਾਂ ਨੂੰ ਅੰਮ੍ਰਿਤ ਛਕਾਇਆ। ਉਸ ਵੇਲੇ ਤੋਂ ਮਹਾਂਪੁਰਖ ਵੱਡੇ ਮਹਾਂਪੁਰਖਾਂ ਦੇ ਜਥੇ ਵਿੱਚ ਸ਼ਾਮਲ ਹੋ ਗਏ। ਤਕਰੀਬਨ 7 ਸਾਲ ਮਹਾਂਪੁਰਖਾਂ ਦੀ ਸੇਵਾ ਵਿੱਚ ਰਹੇ, ਗੁਰਮਤਿ ਦੀ ਵਿਦਿਆ ਪੜ੍ਹੀ ਅਤੇ ਮਹਾਂਪੁਰਖਾਂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਅਤੇ ਫਿਰ 40 ਸਾਲ ਦੇ ਕਰੀਬ ਮਹਾਂਪੁਰਖਾਂ ਤੋਂ ਬਾਅਦ ਜੋ ਉਹਨਾਂ ਨੇ ਟਕਸਾਲ ਦੇ ਮੁਖੀ ਦੇ ਤੌਰ 'ਤੇ ਪੰਥ ਦੀ ਸੇਵਾ ਕੀਤੀ, ਉਹ ਆਪਣੀ ਮਿਸਾਲ ਆਪ ਹੈ। ਮਹਾਂਪੁਰਖਾਂ ਦੇ ਪੜ੍ਹੇ ਵਿਦਿਆਰਥੀ ਹੁਣ ਤੱਕ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਹਨ। ਐਸੇ ਮਹਾਂਪੁਰਖ ਜਿਹੜੇ ਪਰਮੇਸ਼ਰ ਦੇ ਪਿਆਰੇ ਹਨ, ਉਹਨਾਂ ਦੇ ਬਾਰੇ ਸਤਿਗੁਰੂ ਦੀ ਬਾਣੀ ਕਹਿੰਦੀ ਹੈ, ਜਨਮ ਮਰਨ ਦੋਹੂੰ ਮੈਂ ਨਾਹੀਂ, ਜਨ ਪਰਉਪਕਾਰੀ ਆਏ, ਜੀ ਅਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਣ ਮਿਲਾਏ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਓ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਐਸੇ ਮਹਾਂਪੁਰਖਾਂ ਦੇ ਜਨਮ ਦਿਹਾੜੇ ਦੀ ਸਮੂਹ ਸਿੱਖ ਜਗਤ ਨੂੰ, ਸਮੂਹ ਖਾਲਸਾ ਪੰਥ ਨੂੰ, ਪੂਰੇ ਸੰਸਾਰ ਨੂੰ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋਇਆ ਪਾਤਸ਼ਾਹੀ ਦਸਵੇਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਬਾਜ ਤੇ ਵਸੰਤ ਆਰ ਬਾਜ ਤੇ ਵਸੰਤ ਆਰ ਬਾਜ ਤੇ ਵਸੰਤ ਆਰ ਬਾਜ ਤੇ ਵਸੰਤ ਆਰ
संसार खंडा ब्रह्म साधते प्राकृतिक पालन जटाजुटी द्वार सभी दागत जगे नराक लागत
ਨਾਨਕ ਸੁਨਾਗਤੀ ਕਰ ਪ੍ਰਸਾਦ ਗੁਰਦੇਵ ਬੰਦੇ ਬੰਦੇ ਬਾਬਰੀ ਦਾ ਸੱਚਾ ਲੋਵਾ हर हर दंडो एक है बिग विचार कृष्णा है जल प्रेम के दरग दो जल ही बिख समाए कितों के कहना के वासना में भीतर सब सुन के कौन की मुदबावे जल सुन के तो साइलो जो हम गुण सब दुष्ट वेला सतगुरु गुर ऐसे नानक सुना